Hello everyone, this is Robinpreet Kaur. I'm just a normal student as you all guys. Here today, I would like to tell you something about my schooling. I scored merit in my 10th and 12th. I scored this much just because of my supporters, that are my parents and my teachers. If I talk about my teachers, I could never be grateful enough to them all, especially my physics teacher who is Navpreet Singh. The best thing about him is his unmatched way of teaching. I think everyone start to take interest in physics. Everyone start to take physics very easy and very enjoyable if you would ever take Navpreet Singh's lessons. The incredible thing is his teaching will give you a keen interest in physics. You will be eager to learn new concepts, new phenomena, and I still remember all the lessons on all the concepts of physics that he gave me after 2 years as well. I came to know that he's giving online classes via YouTube in this pandemic. I think it is really very helpful for you all, and I really appreciate him for his efforts, and I would like to wish him good luck for the future as well. Thank you so much. ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਜਿਵੇਂ ਕਿ ਅਸੀਂ ਇਸ ਕਲਾਸ ਦੇ ਵਿੱਚ ਰਿਫਰੈਕਸ਼ਨ ਡਿਸਕਸ ਕਰ ਰਹੇ ਹਾਂ। ਅਸੀਂ ਲਾਸਟ ਕਲਾਸ ਦੇ ਵਿੱਚ ਰਿਫਰੈਕਸ਼ਨ ਥਰੂ ਗਲਾਸ ਸਲੈਬ ਮਤਲਬ ਆਇਤਾਕਾਰ ਸਲੈਬ ਦੇ ਵਿੱਚੋਂ ਜਦੋਂ ਪ੍ਰਕਾਸ਼ ਗੁਜ਼ਰਦਾ ਹੈ ਤੇ ਉਹ ਕਿਸ ਤਰ੍ਹਾਂ ਬਿਹੇਵ ਕਰਦਾ ਹੈ ਇਸ ਬਾਰੇ ਪੜ੍ਹਿਆ। ਅੱਜ ਅਸੀਂ ਉਸ ਤੋਂ ਅੱਗੇ ਪੜ੍ਹਾਂਗੇ। ਅੱਜ ਅਸੀਂ ਲੈਂਸ ਬਾਰੇ ਪੜ੍ਹਾਂਗੇ ਕਿ ਲੈਂਸ ਕੀ ਹੁੰਦਾ ਹੈ। ਲੈਂਸ ਨੂੰ ਅਸੀਂ ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਦੇ ਵਿੱਚ ਲੈਂਸ ਹੀ ਬੋਲਦੇ ਹਾਂ। ਅਸੀਂ ਜਿਹੜਾ ਇਸ ਕਲਾਸ ਦੇ ਵਿੱਚ ਲੈਂਸ ਦੇ ਬਾਰੇ ਪੜ੍ਹਨਾ ਹੈ ਉਸ ਦੇ ਵਿੱਚ ਅਸੀਂ ਦੇਖਾਂਗੇ ਕਿ ਦੋ ਤਰ੍ਹਾਂ ਦੇ ਲੈਂਸ ਹੁੰਦੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਕਿ ਲੈਂਸ ਹੁੰਦਾ ਕੀ ਹੈ। ਅਤੇ ਜੇਕਰ ਅਸੀਂ ਇਹ ਸਮਝੀਏ ਕਿ ਲੈਂਸ ਕੀ ਹੁੰਦਾ ਹੈ ਤਾਂ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਐਨਕ ਯੂਜ਼ ਕਰਦੇ ਹਾਂ ਅਤੇ ਐਨਕ ਦੇ ਵਿੱਚ ਕੀ ਹੁੰਦਾ ਹੈ, ਇੱਕ ਕੱਚ ਹੁੰਦਾ ਹੈ, ਇੱਕ ਗਲਾਸ ਹੁੰਦਾ ਹੈ ਅਤੇ ਉਸ ਗਲਾਸ ਨੂੰ ਅਸੀਂ ਕੀ ਬੋਲਦੇ ਹਾਂ, ਲੈਂਸ ਬੋਲਦੇ ਹਾਂ। ਮਤਲਬ ਵੱਖ-ਵੱਖ ਨਿਗਾਹ ਦੇ ਹਿਸਾਬ ਨਾਲ ਅਸੀਂ ਉਹ ਲੈਂਸ ਦੀ ਜਿਹੜੀ ਆ ਪਾਵਰ ਨੂੰ ਯੂਜ਼ ਕਰਦੇ ਹਾਂ। ਅਤੇ ਸਾਡੇ ਕਈ ਵਾਰੀ ਹੋਰ ਵੀ ਪ੍ਰੈਕਟੀਕਲ ਸਾਡੇ ਕੋਲ ਐਪਲੀਕੇਸ਼ਨਸ ਆ ਜਿਨ੍ਹਾਂ ਦੇ ਵਿੱਚ ਅਸੀਂ ਲੈਂਸ ਦੀ ਵਰਤੋਂ ਕਰਦੇ ਹਾਂ। ਸੋ ਅਸੀਂ ਦੇਖਦੇ ਹਾਂ ਕਿ ਲੈਂਸ ਕੀ ਹੁੰਦਾ ਹੈ। ਲੈਂਸ ਇੱਕ ਪਾਰਦਰਸ਼ੀ ਮਾਧਿਅਮ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹਦਾ ਜਾਂ ਤਾਂ ਇੱਕ ਪਾਸਾ ਸਰਕੂਲਰ ਆ, ਗੋਲਾਕਾਰ ਆ, ਅਤੇ ਜਾਂ ਦੋਵੇਂ ਪਾਸੇ ਗੋਲਾਕਾਰ ਆ। ਪਰ ਜਿਹੜੇ ਅਸੀਂ ਲੈਂਸ ਇਸ ਕਲਾਸ ਦੇ ਵਿੱਚ ਪੜ੍ਹਨੇ ਆ ਉਹਦੇ ਦੋਨੋਂ ਹੀ ਪਾਸੇ ਗੋਲਾਕਾਰ ਆ। ਜਿਵੇਂ ਅਸੀਂ ਕਹਿੰਦੇ ਹਾਂ ਕਿ ਜੇਕਰ ਇੱਕ ਕੱਚ ਦੇ ਟੁਕੜੇ ਨੂੰ ਇਸ ਤਰੀਕੇ ਨਾਲ ਤਰਾਸ਼ਿਆ ਜਾਵੇ ਅਤੇ ਜਾਂ ਇਸ ਕੱਚ ਦੇ ਟੁਕੜੇ ਨੂੰ ਇਸ ਤਰੀਕੇ ਨਾਲ ਤਰਾਸ਼ਿਆ ਜਾਵੇ ਅਤੇ ਇਹ ਦੋ ਲੈਂਸ ਬਣਦੇ ਨੇ। ਇਹਨੂੰ ਅਸੀਂ ਬੋਲਦੇ ਹਾਂ ਕਨਵੈਕਸ ਲੈਂਸ ਅਤੇ ਇਹਨੂੰ ਅਸੀਂ ਬੋਲਦੇ ਹਾਂ। ਇਹਨਾਂ ਦੋਨਾਂ ਹੀ ਲੈਂਸ ਦੀਆਂ ਆਪਣੀਆਂ ਆਪਣੀਆਂ ਪ੍ਰੋਪਰਟੀਜ਼ ਨੇ, ਆਪਣੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਕਿ ਅਸੀਂ ਇਸ ਕਲਾਸ ਦੇ ਵਿੱਚ ਸਿੱਖਾਂਗੇ। ਪਹਿਲਾਂ ਦੀ ਤਰ੍ਹਾਂ ਹੀ ਜੇਕਰ ਇਹਦੇ ਮੈਂ ਸਰਕੂਲਰ ਪਾਰਟ ਨੂੰ ਕੰਪਲੀਟ ਕਰਾਂ ਤਾਂ ਸਾਨੂੰ ਪਤਾ ਹੈ ਕਿ ਇੱਧਰ ਇੱਕ ਗੋਲਾ ਬਣੇਗਾ ਅਤੇ ਸੇਮ ਉਸੇ ਤਰੀਕੇ ਨਾਲ ਇੱਕ ਗੋਲਾ ਇੱਧਰ ਵੀ ਬਣੇਗਾ। ਕਨਕੇਵ ਦੇ ਕੇਸ ਦੇ ਵਿੱਚ ਵੀ ਅਸੀਂ ਇਹ ਸਰਕਲ ਬਣਾ ਸਕਦੇ ਹਾਂ ਇਸ ਤਰੀਕੇ ਨਾਲ। ਤੁਸੀਂ ਬਿਲਕੁਲ ਜਿਓਮੈਟਰੀ ਦੇ ਜ਼ਰੀਏ ਸਿੱਧਾ ਬਣਾਓ। ਅਤੇ ਕਨਵੈਕਸ ਨੂੰ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਉੱਤਲ ਅਤੇ ਕਨਕੇਵ ਨੂੰ ਅਸੀਂ ਬੋਲਦੇ ਹਾਂ ਅਵਤਲ ਲੈਂਸ। ਅਸੀਂ ਡਿਸਕਸ ਕਰ ਰਹੇ ਹਾਂ ਲੈਂਸ, ਜਿਹੜਾ ਕਿ ਰਿਫਰੈਕਸ਼ਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਪਾਰਟ ਆ, ਇੱਕ ਮਹੱਤਵਪੂਰਨ ਵਸਤੂ ਆ ਜਿਸ ਦੇ ਬਿਨਾਂ ਅਸੀਂ ਰਿਫਰੈਕਸ਼ਨ ਨੂੰ ਕੰਪਲੀਟ ਨਹੀਂ ਕਰ ਪਾਵਾਂਗੇ ਇਸ ਕਲਾਸ ਦੇ ਵਿੱਚ। ਸੋ ਇਹ ਦੋ ਤਰ੍ਹਾਂ ਦੇ ਅਸੀਂ ਇਸ ਕਲਾਸ ਦੇ ਵਿੱਚ ਲੈਂਸ ਪੜ੍ਹਨੇ ਆ। ਅਸਲ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਲੈਂਸ ਕੀ ਆ, ਇੱਕ ਪਾਰਦਰਸ਼ੀ ਮੀਡੀਅਮ ਆ। ਪਾਰਦਰਸ਼ੀ ਮੀਡੀਅਮ ਮਤਲਬ ਕਿ ਇਹਦੇ ਵਿੱਚੋਂ ਲਾਈਟ ਆਸਾਨੀ ਨਾਲ ਪਾਸ ਕਰ ਸਕਦੀ ਆ, ਅਸੀਂ ਆਰ ਪਾਰ ਦੇਖ ਸਕਦੇ ਹਾਂ। ਹੁਣ ਇਸ ਕੇਸ ਦੇ ਵਿੱਚ ਇਹਦੇ ਦੋ ਪਾਸੇ ਜਿਹੜੇ ਆ ਉਹ ਸਰਕੂਲਰ ਆ ਜੇ ਅਸੀਂ ਕੰਪਲੀਟ ਕਰੀਏ ਅਤੇ ਅਸੀਂ ਇਹਨੂੰ ਬੋਲਦੇ ਹਾਂ ਡਬਲ ਕਨਵੈਕਸ ਲੈਂਸ। ਵੈਸੇ ਇਹਨੂੰ ਡਬਲ ਕਨਵੈਕਸ ਲੈਂਸ ਬੋਲਦੇ ਹਾਂ, ਮਤਲਬ ਦੋਹਰਾ ਉੱਤਲ ਲੈਂਸ, ਅਤੇ ਇਹਨੂੰ ਅਸੀਂ ਡਬਲ ਕਨਕੇਵ ਲੈਂਸ ਬੋਲਦੇ ਹਾਂ ਕਿਉਂਕਿ ਇਹਦੇ ਦੋ ਪਾਸੇ ਸਰਕੂਲਰ ਆ। ਅਤੇ ਸਾਡੇ ਕੋਲੋਂ +2 ਕਲਾਸ ਦੇ ਵਿੱਚ ਇੱਦਾਂ ਦੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ ਜਿੱਥੇ ਅਸੀਂ ਪਲੇਨੋ ਕਨਵੈਕਸ ਜਾਂ ਪਲੇਨੋ ਕਨਕੇਵ ਲੈਂਸ ਦੇ ਬਾਰੇ ਪੜ੍ਹਦੇ ਹਾਂ। ਪਰ ਅਜੇ ਅਸੀਂ ਸਟਾਰਟ ਕਰ ਰਹੇ ਹਾਂ ਇਸ ਕਲਾਸ ਦੇ ਵਿੱਚ, ਅਸੀਂ ਅਜੇ ਬੇਸਿਕ ਹੀ ਸਿੱਖ ਰਹੇ ਹਾਂ। ਰਿਫਰੈਕਸ਼ਨ ਇੱਕ ਬਹੁਤ ਵੱਡਾ ਟੌਪਿਕ ਹੈ ਆਪਟਿਕਸ ਦਾ, ਜਿਹਦੇ ਵਿੱਚ ਅਸੀਂ ਬਹੁਤ ਸਾਰੇ ਡੇਲੀ ਲਾਈਫ ਦੇ ਨਾਲ ਫਿਨੋਮੀਨੇ ਜੁੜੇ ਹੋਏ ਆ ਜਿਨ੍ਹਾਂ ਨੂੰ ਅਸੀਂ ਸਟੱਡੀ ਕਰਨਾ ਹੈ। ਪਰ ਅਜੇ ਅਸੀਂ ਬੇਸਿਕ ਹੀ ਸਟੱਡੀ ਕਰ ਰਹੇ ਹਾਂ। ਸੋ ਬੇਸਿਕ ਤੋਂ ਸ਼ੁਰੂ ਕੀਤਾ ਹੈ ਅਤੇ ਅਸੀਂ ਲੈਂਸ ਦੀਆਂ ਦੋ ਟਾਈਪਸ ਦੇਖੀਆਂ। ਮਿਰਰ ਦੀ ਤਰ੍ਹਾਂ ਹੀ ਅਸੀਂ ਕੀ ਕਰਦੇ ਹਾਂ ਕਿ ਸਾਨੂੰ ਪਤਾ ਹੈ ਕਿ ਜਿਹੜੀ ਇੱਕ ਸੈਂਟਰ ਦੇ ਵਿੱਚੋਂ ਲਾਈਨ ਗੁਜ਼ਰੇਗੀ, ਇੱਕ ਸੈਂਟਰ ਦੇ ਵਿੱਚੋਂ ਲਾਈਨ ਇੱਧਰ ਗੁਜ਼ਰੇਗੀ
ਇਹਨੂੰ ਮੈਂ ਮਿਟਾ ਦਿੰਦਾ ਕਿਉਂਕਿ ਇਸ ਚੀਜ਼ ਨੂੰ ਮੈਂ ਸਮਝਾ ਚੁੱਕਾ ਵਾਂ ਕਿ ਇਹ ਇੱਕ ਸਰਕਲ ਦਾ ਹੀ ਪਾਰਟ ਹੈ। ਅਸੀਂ ਲੈਂਸ ਦੇ ਨਾਲ ਜੁੜੇ ਹੋਏ ਪੈਰਾਮੀਟਰ ਦੇਖਾਂਗੇ। ਇਹ ਜਿਹੜੇ ਪੈਰਾਮੀਟਰ ਆ ਇਹ ਸਾਡੇ ਇਮੇਜ ਫਾਰਮੇਸ਼ਨ ਦੇ ਵਿੱਚ ਜਾਂ ਨੂਮੈਰੀਕਲ ਪ੍ਰੋਬਲਮਸ ਦੇ ਵਿੱਚ ਕਾਫੀ ਮਦਦਗਾਰ ਸਾਬਤ ਹੁੰਦੇ ਨੇ। ਮੇਰੇ ਕਹਿਣ ਦਾ ਮਤਲਬ ਕਿ ਜੇਕਰ ਸਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਏਗੀ ਤਾਂ ਸਾਨੂੰ ਫਿਜ਼ਿਕਸ ਨੂੰ, ਰਿਫਰੈਕਸ਼ਨ ਨੂੰ ਸਮਝਣਾ ਆਸਾਨ ਰਹੇਗਾ। ਸੋ ਅਸੀਂ ਗੱਲ ਸ਼ੁਰੂ ਕਰਦੇ ਹਾਂ ਇਹਨਾਂ ਪੈਰਾਮੀਟਰਸ ਦੀ। ਅਸੀਂ ਮਿਰਰ ਦੇ ਕੇਸ ਦੇ ਵਿੱਚ ਕੀ ਕਰਦੇ ਸੀ ਕਿ ਜਿਵੇਂ ਇੱਥੇ ਇੱਕ ਮਿਰਰ ਲਿਆ ਤੇ ਵਿਚਕਾਰੋਂ ਦੀ ਕੀ ਆ, ਇੱਕ ਐਕਸਿਸ ਲੰਘਦੀ ਆ ਜਿਹਨੂੰ ਅਸੀਂ ਕੀ ਬੋਲਦੇ ਆ, ਪ੍ਰਿੰਸੀਪਲ ਐਕਸਿਸ ਬੋਲਦੇ ਆ। ਇਸੇ ਤਰੀਕੇ ਨਾਲ ਹੀ ਇਸ ਕਨਵੈਕਸ ਲੈਂਸ ਮਤਲਬ ਜਿਹੜਾ ਉੱਤਲ ਲੈਂਸ ਆ ਤੇ ਅਵਤਲ ਲੈਂਸ ਆ ਜਿਹੜਾ ਉਹਦੇ ਵਿੱਚੋਂ ਵੀ ਕੀ ਆ, ਇੱਕ ਐਕਸਿਸ ਗੁਜ਼ਰਦੀ ਆ। ਉਸ ਐਕਸਿਸ ਨੂੰ ਅਸੀਂ ਪ੍ਰਿੰਸੀਪਲ ਐਕਸਿਸ ਕਹਾਂਗੇ। ਅਸੀਂ ਦਰਪਣ ਦੇ ਕੇਸ ਵਿੱਚ, ਮਿਰਰ ਦੇ ਕੇਸ ਵਿੱਚ ਵੀ ਇਹਨੂੰ ਪ੍ਰਿੰਸੀਪਲ ਐਕਸਿਸ ਕਿਹਾ ਸੀ, ਲੈਂਸ ਦੇ ਕੇਸ ਵਿੱਚ ਵੀ ਇਹਨੂੰ ਪ੍ਰਿੰਸੀਪਲ ਐਕਸਿਸ ਹੀ ਕਹਾਂਗੇ। ਮਿਰਰ ਦੇ ਕੇਸ ਵਿੱਚ ਜਿੱਥੇ ਜਾ ਕੇ ਇਹ ਮਿਰਰ ਨੂੰ ਮਿਲਦੀ ਆ ਉਹਨੂੰ ਕੀ ਕਿਹਾ ਸੀ, ਪੋਲ। ਅਸੀਂ ਇਹਨੂੰ ਕੀ ਕਿਹਾ ਸੀ, ਪੋਲ। ਤੇ ਇਸ ਕੇਸ ਦੇ ਵਿੱਚ ਇਹਦੇ ਸੈਂਟਰ ਨੂੰ ਅਸੀਂ ਕੀ ਬੋਲਾਂਗੇ, ਇਹਨੂੰ ਬੋਲਾਂਗੇ ਆਪਟੀਕਲ ਸੈਂਟਰ। ਕਨਵੈਕਸ ਲੈਂਸ ਦੇ ਕੇਸ ਵਿੱਚ ਆਪਟੀਕਲ ਸੈਂਟਰ ਇੱਥੇ ਬਣੇਗਾ ਤੇ ਕਨਕੇਵ ਲੈਂਸ ਦੇ ਕੇਸ ਦੇ ਵਿੱਚ ਆਪਟੀਕਲ ਸੈਂਟਰ ਇੱਥੇ ਬਣੇਗਾ। ਇਹਨੂੰ ਕੀ ਬੋਲਾਂਗੇ, ਆਪਟੀਕਲ ਸੈਂਟਰ। ਆਪਟੀਕਲ ਸੈਂਟਰ ਨੂੰ ਅਸੀਂ ਪੰਜਾਬੀ ਵਿੱਚ ਕੀ ਬੋਲਾਂਗੇ, ਪ੍ਰਕਾਸ਼ ਕੇਂਦਰ। ਪ੍ਰਕਾਸ਼ ਕੇਂਦਰ। ਹੁਣ ਜਿਵੇਂ ਅਸੀਂ ਦੇਖਿਆ ਕਿ ਜੇਕਰ ਇਹਨਾਂ ਦੇ ਇਹ ਵਾਲੇ ਸਰਕੂਲਰ ਪਾਰਟ ਨੂੰ ਕੰਪਲੀਟ ਕੀਤਾ ਜਾਵੇ ਇਸ ਤਰੀਕੇ ਨਾਲ ਤਾਂ ਇਹਦਾ ਕੋਈ ਨਾ ਕੋਈ ਸੈਂਟਰ ਬਣੇਗਾ। ਮਤਲਬ ਇੱਕ ਚੱਕਰ ਤੇ ਇੱਧਰ ਵੀ ਗੋਲਾ ਬਣੇਗਾ, ਇੱਕ ਗੋਲਾ ਇੱਧਰ ਵੀ ਬਣੇਗਾ ਤੇ ਦੋਨਾਂ ਦਾ ਹੀ ਇੱਕ ਸੈਂਟਰ ਤਾਂ ਬਣੇਗਾ ਹੀ। ਇਸੇ ਤਰੀਕੇ ਨਾਲ ਇੱਕ ਗੋਲਾ ਇੱਧਰ ਬਣੇਗਾ ਤੇ ਇੱਕ ਗੋਲਾ ਇੱਧਰ ਬਣੇਗਾ ਤੇ ਇੱਧਰ ਵੀ ਸੈਂਟਰ ਬਣੇਗਾ। ਮਤਲਬ ਕਿ ਦੋਨਾਂ ਪਾਸੇ ਇੱਧਰ ਵੀ ਗੋਲਾ ਬਣਦਾ ਪਿਆ, ਇੱਧਰ ਵੀ, ਤੇ ਇੱਥੇ ਵੀ ਤੇ ਇੱਥੇ ਵੀ। ਸੋ ਜਿਹੜੇ ਉਹ ਗੋਲੇ ਬਣਨੇ ਆ, ਜਾਂ ਅਸੀਂ ਇੱਦਾਂ ਕਹੀਏ ਕਿ ਇਹ ਜਿਹੜਾ ਲੈਂਸ ਆ ਇਹ ਦੋ ਗੋਲਾਕਾਰ ਭਾਗਾਂ ਦੇ ਵਿੱਚੋਂ ਕੱਟਿਆ ਹੋਇਆ ਹੈ ਤੇ ਉਹਦਾ ਕੋਈ ਸੈਂਟਰ ਬਣੇਗਾ। ਤੇ ਉਸ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਥੇ ਇੱਕ ਬਣਾ ਦਿੱਤਾ ਤੇ ਉਹਦੇ ਸੈਂਟਰ ਨੂੰ ਅਸੀਂ ਕੀ ਬੋਲਾਂਗੇ, ਸੈਂਟਰ ਆਫ ਕਰਵੇਚਰ ਬੋਲਾਂਗੇ। ਸੈਂਟਰ ਆਫ ਕਰਵੇਚਰ ਨੂੰ ਅਸੀਂ ਪੰਜਾਬੀ ਵਿੱਚ ਕੀ ਬੋਲਦੇ ਹਾਂ, ਵਿਕਰਤਾ ਕੇਂਦਰ ਬੋਲਦੇ ਹਾਂ। ਮੈਂ ਇੱਥੇ ਲਿਖ ਦਿੰਦਾ ਕਿ ਸੈਂਟਰ ਆਫ ਕਰਵੇਚਰ। ਵਿਕਰਤਾ ਕੇਂਦਰ। ਹੁਣ ਇਹਨਾਂ ਦੋਨਾਂ ਲੈਂਸ ਦੇ ਫੋਕਸ ਵੀ ਹੋਣਗੇ। ਮਿਰਰ ਦੇ ਕੇਸ ਵਿੱਚ ਕੀ ਸੀ, ਮਿਰਰ ਦੇ ਕੇਸ ਵਿੱਚ ਅਸੀਂ ਸਿਰਫ ਮਿਰਰ ਦਾ ਇੱਕ ਪਾਸਾ ਹੀ ਵਰਤ ਸਕਦੇ ਹਾਂ। ਜਿਵੇਂ ਅਸੀਂ ਮਿਰਰ ਦੇ ਸਾਹਮਣੇ ਖਲੋਤੇ ਹਾਂ, ਇਸ ਸਾਈਡ ਤੇ ਖਲੋਤੇ ਹਾਂ, ਅਸੀਂ ਉਹਦੀ ਬੈਕ ਸਾਈਡ ਨਹੀਂ ਵਰਤਦੇ ਕਿਉਂਕਿ ਬੈਕ ਸਾਈਡ ਕੀ ਆ, ਬੈਕ ਸਾਈਡ ਤੇ ਇੱਕ ਮੈਟੈਲਿਕ ਪੋਲਿਸ਼ ਕੀਤੀ ਹੋਈ ਆ। ਪਰ ਲੈਂਸ ਦੇ ਕੇਸ ਦੇ ਵਿੱਚ ਅਸੀਂ ਇਹਦਾ ਦੋਨੋਂ ਪਾਸੇ ਹੀ ਵਰਤ ਸਕਦੇ ਹਾਂ। ਮੇਰੇ ਕਹਿਣ ਦਾ ਮਤਲਬ ਤੁਸੀਂ ਆਬਜੈਕਟ ਨੂੰ ਇੱਧਰ ਵੀ ਰੱਖ ਸਕਦੇ ਜੋ ਤੇ ਆਬਜੈਕਟ ਨੂੰ ਇੱਧਰ ਵੀ ਰੱਖ ਸਕਦੇ ਜੋ। ਮਤਲਬ ਤੁਸੀਂ ਇਹਦੇ ਜਿਹੜੇ ਮਰਜ਼ੀ ਪਾਸੇ ਰੱਖ ਲਓ, ਕੋਈ ਫਰਕ ਨਹੀਂ ਪਏਗਾ, ਇਮੇਜ ਫਾਰਮੇਸ਼ਨ ਸੇਮ ਰਹੇਗੀ। ਇੱਧਰ ਵੀ ਤੁਸੀਂ ਜਿੱਧਰ ਮਰਜ਼ੀ ਰੱਖ ਸਕਦੇ ਜੋ। ਤੇ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਇਹਨੂੰ ਐਕਚੁਅਲੀ ਬੋਲਦੇ ਹਾਂ, ਇਹ ਦੋ ਸਰਕਲ ਦਾ ਪਾਰਟ ਆ, ਦੋ ਸਰਕੂਲਰ ਪੋਰਸ਼ਨ ਦਾ ਪਾਰਟ ਆ, ਇਹਨੂੰ ਡਬਲ ਕਨਵੈਕਸ ਲੈਂਸ ਬੋਲਦੇ ਹਾਂ ਤੇ ਇਹਨੂੰ ਅਸੀਂ ਕੀ ਬੋਲਦੇ ਹਾਂ, ਡਬਲ ਕਨਕੇਵ ਲੈਂਸ। ਮਤਲਬ ਸਾਡੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਜ਼ਿਆਦਾ ਅਸੀਂ ਕਨਵੈਕਸ ਲੈਂਸ ਹੀ ਬੋਲਦੇ ਹਾਂ, ਪਰ ਐਕਚੁਅਲ ਦੇ ਵਿੱਚ ਇਹਦੇ ਡਬਲ ਕਨਵੈਕਸ ਲੈਂਸ ਹੈ, ਇਹ ਡਬਲ ਕਨਕੇਵ ਲੈਂਸ ਹੈ। ਕਿਉਂਕਿ ਅੱਗੇ ਅਸੀਂ +2 ਕਲਾਸ ਦੇ ਵਿੱਚ ਪਲੇਨੋ ਕਨਵੈਕਸ ਲੈਂਸ ਵੀ ਪੜ੍ਹਨੇ ਆ। ਮੈਂ ਤਾਂ ਕਰਕੇ ਇੱਥੇ ਦੱਸ ਦਿੱਤਾ ਕਿ ਇਹ ਹੈਗੇ ਤੇ ਡਬਲ ਆ, ਡਬਲ ਕਨਵੈਕਸ ਲੈਂਸ ਤੇ ਡਬਲ ਕਨਕੇਵ ਲੈਂਸ, ਪਰ ਅਸੀਂ ਇਹਨੂੰ ਨੋਰਮਲ ਬੋਲਚਾਲ ਦੀ ਭਾਸ਼ਾ ਦੇ ਵਿੱਚ ਕਨਕੇਵ ਤੇ ਕਨਵੈਕਸ ਹੀ ਬੋਲ ਦੇਵਾਂਗੇ, ਉਹਦੇ 'ਚ ਸਾਨੂੰ ਕੋਈ ਇਤਰਾਜ਼ ਨਹੀਂ ਆ। ਸੋ ਜਿਹੜੇ ਇਹ ਲੈਂਸ ਆ ਇਹਦੇ ਜਿਹੜਾ ਇਹਨਾਂ ਦਾ ਇੱਕ ਫੋਕਸ ਹੋਏਗਾ। ਤੇ ਅਸੀਂ ਜਿਵੇਂ ਮਿਰਰ ਦੇ ਕੇਸ ਵਿੱਚ ਪੜ੍ਹਿਆ ਸੀ ਕਿ ਜਦੋਂ ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਂਦੀ ਆ, ਉਹ ਵਾਪਸੀ ਤੇ ਪ੍ਰਿੰਸੀਪਲ ਐਕਸਿਸ ਨੂੰ ਜਿੱਥੇ ਮਿਲਦੀ ਆ ਉਸ ਜਗ੍ਹਾ ਨੂੰ ਅਸੀਂ ਕੀ ਬੋਲਦੇ ਆ, ਉਸ ਜਗ੍ਹਾ ਨੂੰ ਅਸੀਂ ਫੋਕਸ ਬੋਲਦੇ ਆ। ਉਹੀ ਕੁਛ ਸਾਡੇ ਕੋਲੋਂ ਇੱਥੇ ਵੀ ਆ। ਕਾਫੀ ਕੁਛ ਸਾਡੀਆਂ ਜਿਹੜੀਆਂ ਮਨੌਤਾਂ ਵਾ, ਸਾਡੀਆਂ ਜਿਹੜੀਆਂ ਗੱਲਾਂ ਵਾ, ਉਹ ਲੈਂਸ ਦੇ ਕੇਸ ਦੇ ਵਿੱਚ ਤੇ ਮਿਰਰ ਦੇ ਕੇਸ ਵਿੱਚ ਮਿਲਦੀਆਂ ਨੇ। ਸੋ ਅਸੀਂ ਇਹ ਦੇਖਦੇ ਹਾਂ ਕਿ ਇਹ ਸਾਡੀਆਂ ਗੱਲਾਂ ਕਿਵੇਂ ਮਿਲਦੀਆਂ ਨੇ। ਕਨਵੈਕਸ ਲੈਂਸ ਦੇ ਕੇਸ ਦੇ ਵਿੱਚ ਜਿਹੜੀ ਵੀ ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਂਦੀ ਆ, ਮੰਨ ਲਓ ਕਿ ਇਹ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਗਈ, ਇਹ ਵਾਲੀ ਪ੍ਰਿੰਸੀਪਲ ਐਕਸਿਸ ਹੋ ਗਈ ਤੇ ਇੱਧਰ ਵੀ ਪ੍ਰਿੰਸੀਪਲ ਐਕਸਿਸ ਦੇ ਇੱਕ ਪੈਰਲਲ ਰੇ ਆਈ। ਹੁਣ ਜਦੋਂ ਇਹ ਐਕਸਿਸ ਤੇ ਹੁਣ ਜਦੋਂ ਇਹ ਜਿਹੜੀ ਇਨਸੀਡੈਂਟ ਰੇ ਆ, ਮਤਲਬ ਆਉਣ ਵਾਲੀ ਜਿਹੜੀ ਪ੍ਰਕਾਸ਼ ਦੀ ਕਿਰਨ ਆ,
ਲੈਂਸ ਦੇ ਵਿੱਚੋਂ ਨਿਕਲੇਗੀ ਤੇ ਕੀ ਹੋਏਗਾ, ਰਿਫਰੈਕਸ਼ਨ ਹੋਏਗੀ। ਦੋ ਜਗ੍ਹਾ ਤੇ ਰਿਫਰੈਕਸ਼ਨ ਹੋਏਗੀ। ਪਹਿਲੀ ਰਿਫਰੈਕਸ਼ਨ ਹੋਏਗੀ ਇਸ ਸਰਫੇਸ ਤੇ ਕਿ ਜਦੋਂ ਉਹ ਅੰਦਰ ਵੜੀ ਆ ਉਦੋਂ ਵੀ ਰਿਫਰੈਕਸ਼ਨ ਹੋਈ, ਤੇ ਜਦੋਂ ਉਹ ਬਾਹਰ ਨਿਕਲੇਗੀ ਉਦੋਂ ਵੀ ਉਹਨੇ ਮੀਡੀਅਮ ਬਦਲਣਾ, ਉਦੋਂ ਵੀ ਰਿਫਰੈਕਸ਼ਨ ਹੋਏਗੀ। ਮੇਰੇ ਕਹਿਣ ਦਾ ਮਤਲਬ ਪਹਿਲਾਂ ਹਵਾ ਦੇ ਵਿੱਚ ਆ ਰਹੀ ਆ ਤੇ ਲੈਂਸ ਦੇ ਵਿੱਚ ਆਈ, ਇੱਕ ਰਿਫਰੈਕਸ਼ਨ ਇੱਥੇ ਹੋਈ, ਬਾਅਦ ਵਿੱਚ ਉਹ ਲੈਂਸ ਤੋਂ ਹਵਾ ਦੇ ਵਿੱਚ ਜਾਏਗੀ, ਦੂਸਰੀ ਰਿਫਰੈਕਸ਼ਨ ਹੋਏਗੀ। ਹੁਣ ਕਨਵੈਕਸ ਲੈਂਸ ਦੇ ਕੇਸ ਵਿੱਚ ਜਦੋਂ ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੁੰਦੀ ਆ ਤਾਂ ਇਹ ਲੈਂਸ ਕੀ ਕਰ ਦਿੰਦਾ ਹੈ, ਇਹ ਲੈਂਸ ਇਹਦੀ ਡਾਇਰੈਕਸ਼ਨ ਨੂੰ ਬੈਂਡ ਕਰ ਦਿੰਦਾ ਹੈ। ਇਸ ਤਰੀਕੇ ਨਾਲ ਇਹਨੇ ਨੀਚੇ ਨੂੰ ਬੈਂਡ ਕਰ ਦੇਣਾ। ਮਤਲਬ ਜਦੋਂ ਇਹ ਪ੍ਰਕਾਸ਼ ਦੀ ਕਿਰਨ ਬਾਹਰ ਨਿਕਲੇਗੀ ਰਿਫਰੈਕਟ ਹੋ ਕੇ, ਤੇ ਇਸ ਤਰੀਕੇ ਨਾਲ ਪ੍ਰਿੰਸੀਪਲ ਐਕਸਿਸ ਨੂੰ ਜਿਸ ਪੁਆਇੰਟ ਤੇ ਮਿਲੇਗੀ ਉਹਨੂੰ ਅਸੀਂ ਫੋਕਸ ਬੋਲਦੇ ਹਾਂ। ਤੇ ਐਕਚੁਅਲ ਦੇ ਵਿੱਚ ਇਹ ਰੇ ਜਾ ਕਿੱਧਰ ਨੂੰ ਰਹੀ ਸੀ, ਇਹ ਰੇ ਇੱਦਾਂ ਸਿੱਧੀ ਜਾ ਰਹੀ ਸੀ, ਪਰ ਰਸਤੇ 'ਚ ਕੌਣ ਆ ਗਿਆ, ਲੈਂਸ ਆ ਗਿਆ। ਸੋ ਇਸ ਕੇਸ ਦੇ ਵਿੱਚ ਅਸੀਂ ਕੀ ਕਹਿੰਦੇ ਆ ਕਿ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਜਿਹੜੀ ਵੀ ਇਨਸੀਡੈਂਟ ਰੇ ਆਉਂਦੀ ਆ ਉਹ ਰਿਫਰੈਕਟ ਹੋ ਕੇ ਜਦੋਂ ਲੈਂਸ ਦੇ ਵਿੱਚੋਂ ਬਾਹਰ ਨਿਕਲਦੀ ਆ, ਉਹ ਪ੍ਰਿੰਸੀਪਲ ਐਕਸਿਸ ਨੂੰ ਜਿਸ ਪੁਆਇੰਟ ਤੇ ਮਿਲਦੀ ਆ ਉਹਨੂੰ ਅਸੀਂ ਕੀ ਬੋਲਦੇ ਆ, ਫੋਕਸ ਬੋਲਦੇ ਆ। ਤੇ ਇਸ ਕੇਸ ਦੇ ਵਿੱਚ ਜਦੋਂ ਇਨਸੀਡੈਂਟ ਰੇ ਜਿਹੜੀ ਆ ਉਹ ਲੈਂਸ ਦੇ ਉੱਪਰ ਆਣ ਕੇ ਪੈਂਦੀ ਹੈ, ਤੇ ਲੈਂਸ ਦੇ ਉੱਪਰ ਪੈਣ ਤੋਂ ਬਾਅਦ ਵਿੱਚ ਜਦੋਂ ਬਾਹਰ ਨਿਕਲਦੀ ਹੈ ਤੇ ਉਹ ਕੀ ਆ, ਇਸ ਤਰੀਕੇ ਨਾਲ ਉੱਪਰ ਨੂੰ ਉੱਡਦੀ ਹੈ, ਉੱਪਰ ਨੂੰ ਜਾਂਦੀ ਹੈ। ਅਸਲ ਦੇ ਵਿੱਚ ਇਹ ਜਿਹੜੀ ਇਨਸੀਡੈਂਟ ਰੇ ਆ ਇਹ ਕਿੱਧਰ ਜਾ ਰਹੀ ਸੀ, ਇੱਧਰ ਜਾ ਰਹੀ ਸੀ। ਪਰ ਜੇ ਆ ਲੈਂਸ ਨਾ ਹੁੰਦਾ ਤੇ ਫਿਰ ਆ ਇਨਸੀਡੈਂਟ ਰੇ ਨੇ ਸਿੱਧੀ ਜਾਈ ਜਾਣਾ ਸੀ। ਪਰ ਇਹ ਲੈਂਸ ਦੇ ਆਉਣ ਕਰਕੇ ਇਸ ਲੈਂਸ ਨੇ ਕੀ ਕੀਤਾ, ਆਪਣੀ ਤਾਕਤ ਵਿਖਾਈ ਤੇ ਇਸ ਨੂੰ ਉੱਪਰ ਨੂੰ ਚੁੱਕ ਦਿੱਤਾ। ਹੁਣ ਇੱਥੇ ਤੇ ਅਸੀਂ ਕਹਿਤਾ, ਜਿਵੇਂ ਮਿਰਰ ਦੇ ਕੇਸ 'ਚ ਵੀ ਕਿਹਾ ਸੀ ਕਿ ਮੰਨ ਲਓ ਇੱਕ ਕਨਕੇਵ ਮਿਰਰ ਆ ਤੇ ਕਨਕੇਵ ਮਿਰਰ ਦੇ ਉੱਪਰ ਇਨਸੀਡੈਂਟ ਰੇ ਆ ਰਿਫਲੈਕਟ ਹੋਈ ਤੇ ਜਿਸ ਜਗ੍ਹਾ ਤੇ ਪ੍ਰਿੰਸੀਪਲ ਐਕਸਿਸ ਨੂੰ ਮਿਲਦੀ ਆ ਉਹ ਕੀ ਆ, ਫੋਕਸ ਆ। ਤੇ ਇੱਥੇ ਵੀ ਚਲੋ ਇਹ ਗੱਲ ਹੋ ਗਈ ਕਿ ਜਿਹੜੀ ਇਨਸੀਡੈਂਟ ਰੇ ਰਿਫਰੈਕਟ ਹੋ ਕੇ ਪ੍ਰਿੰਸੀਪਲ ਐਕਸਿਸ ਨੂੰ ਮਿਲਦੀ ਆ, ਜਿਸ ਜਗ੍ਹਾ ਤੇ ਮਿਲਦੀ ਆ ਉਹ ਫੋਕਸ ਆ, ਪਰ ਇਸ ਜਗ੍ਹਾ ਤੇ ਉਹ ਮਿਲਦੀ ਨਹੀਂ ਆ। ਅਸੀਂ ਕਨਵੈਕਸ ਮਿਰਰ ਦੇ ਕੇਸ ਵਿੱਚ ਵੀ ਪੜ੍ਹਿਆ ਸੀ। ਕਨਵੈਕਸ ਮਿਰਰ 'ਚ ਅਸੀਂ ਕੀ ਕੀਤਾ ਸੀ ਕਿ ਇੱਕ ਮਿਰਰ ਆ ਕਨਵੈਕਸ, ਇਹ ਉਹਦੀ ਪ੍ਰਿੰਸੀਪਲ ਐਕਸਿਸ ਆ, ਤੇ ਇੱਧਰੋਂ ਕੋਈ ਇਨਸੀਡੈਂਟ ਰੇ ਆਈ ਤੇ ਇਹ ਇਨਸੀਡੈਂਟ ਰੇ ਨੂੰ ਕੀ ਕਰਦਾ ਹੈ, ਇਹ ਉੱਪਰ ਨੂੰ ਚੁੱਕ ਦਿੰਦਾ ਹੈ। ਜੇਕਰ ਨੀਚੇ ਕੋਈ ਇਨਸੀਡੈਂਟ ਰੇ ਆਏਗੀ ਇਹ ਕੀ ਕਰਦਾ ਸੀ, ਇੱਦਾਂ ਵਾਪਸ ਭੇਜਦਾ ਸੀ। ਪਰ ਇੱਥੇ ਇਹ ਗੱਲ ਬਹੁਤ ਧਿਆਨ ਦੇਣ ਦੀ ਜ਼ਰੂਰਤ ਆ, ਇਹ ਕਿਹੜਾ ਮਿਰਰ ਆ, ਕਨਕੇਵ, ਇਹ ਕਿਹੜਾ ਮਿਰਰ ਆ, ਕਨਵੈਕਸ। ਹੁਣ ਮਿਰਰ ਤੇ ਲੈਂਸ ਦੇ ਕੇਸ ਦੇ ਵਿੱਚ ਜੋ ਮਤਲਬ ਪ੍ਰੋਪਰਟੀਜ਼ ਕਨਕੇਵ ਮਿਰਰ ਦਿੰਦਾ ਨਾ, ਉਹੋ ਜਿਹੀਆਂ ਪ੍ਰੋਪਰਟੀਜ਼ ਮਤਲਬ ਥੋੜ੍ਹੀਆਂ ਬਹੁਤ ਰਲਦੀਆਂ ਮਿਲਦੀਆਂ ਕਨਵੈਕਸ ਲੈਂਸ ਦਿੰਦਾ ਵਾ। ਇਹ ਲੈਂਸ ਆ, ਇਹ ਕੀ ਆ, ਦੋਨੋਂ ਹੀ, ਇਹ ਦੋਨੋਂ ਨੀਚੇ ਮਿਰਰ ਆ, ਇਹ ਦੋਨੋਂ ਹੀ ਮਿਰਰ ਆ। ਹੁਣ ਇੱਥੇ ਕਿਹਾ ਕਿ ਇਹ ਇਨਸੀਡੈਂਟ ਰੇ ਆ ਰਹੀ ਸੀ ਤੇ ਰਿਫਰੈਕਟ ਹੋ ਕੇ ਪ੍ਰਿੰਸੀਪਲ ਐਕਸਿਸ ਨੂੰ ਮਿਲ ਗਈ, ਤੇ ਇੱਥੇ ਵੀ ਕਿਹਾ ਸੀ ਇਨਸੀਡੈਂਟ ਰੇ ਆ ਰਹੀ ਸੀ, ਇੱਥੇ ਮੈਂ ਕਹਿ ਰਿਹਾ ਰਿਫਲੈਕਟ ਹੋ ਕੇ ਪ੍ਰਿੰਸੀਪਲ ਐਕਸਿਸ ਨੂੰ ਮਿਲੀ। ਇੱਥੇ ਕੌਣ ਕੰਮ ਕਰਦਾ ਪਿਆ ਸੀ, ਕਨਵੈਕਸ ਲੈਂਸ, ਇੱਥੇ ਕੌਣ ਕੰਮ, ਕਨਕੇਵ ਮਿਰਰ। ਹੁਣ ਇੱਧਰ ਦੇਖੀਏ, ਇੱਧਰ ਕੀ ਆ, ਇਨਸੀਡੈਂਟ ਰੇ ਆਈ, ਉੱਪਰ ਨੂੰ ਉੱਠ ਗਈ। ਜੇਕਰ ਨੀਚੋਂ ਇੱਕ ਇਨਸੀਡੈਂਟ ਰੇ ਆਪਾਂ ਹੋਰ ਲੈ ਲਈਏ ਕਿ ਮੰਨ ਲਓ ਇਨਸੀਡੈਂਟ ਰੇ ਇਹ ਵਾਲੀ ਵੀ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ, ਤੇ ਹੁਣ ਜਦੋਂ ਇਹਨੇ ਸਿੱਧਾ ਜਾਣਾ ਸੀ ਤੇ ਜਦੋਂ ਇਹ ਬਾਹਰ ਨਿਕਲੇਗੀ ਤੇ ਇਹਦਾ ਕਿਰਦਾਰ ਸਾਨੂੰ ਕੁਝ ਇਦਾਂ ਦਾ ਨਜ਼ਰ ਆਏਗਾ। ਸੋ ਅਸੀਂ ਮਿਰਰ ਦੇ ਕੇਸ ਵਿੱਚ ਇਹਨੂੰ ਕੀ ਕਿਹਾ ਸੀ, ਕਨਵਰਜਿੰਗ, ਮਤਲਬ ਇਹ ਕੀ ਆ, ਕਨਵਰਜ ਕਰਦਾ ਹੈ। ਤੇ ਇਹ ਵਾਲਾ ਮਿਰਰ ਲਾਈਟ ਨੂੰ ਖਿਲਾਰਦਾ ਹੈ, ਅਸੀਂ ਕੀ ਕਿਹਾ ਸੀ, ਡਾਈਵਰਜ, ਕਿ ਇਹ ਡਾਈਵਰਜਿੰਗ ਮਿਰਰ ਆ। ਇਹ ਕੀ ਆ, ਕਨਵਰਜਿੰਗ ਮਿਰਰ ਆ। ਕਨਵਰਜਿੰਗ ਦਾ ਮਤਲਬ ਉਹੀ ਕਿ ਇਕੱਠਾ ਕਰ ਦੇਣਾ, ਤੇ ਡਾਈਵਰਜਿੰਗ ਮਤਲਬ ਖਿਲਾਰ ਦੇਣਾ। ਕਨਵਰਜਿੰਗ ਨੂੰ ਅਸੀਂ ਪੰਜਾਬੀ ਦੇ ਵਿੱਚ ਅਭਿਸਾਰੀ ਬੋਲਦੇ ਹਾਂ ਤੇ ਡਾਈਵਰਜਿੰਗ ਨੂੰ ਅਸੀਂ ਪੰਜਾਬੀ ਵਿੱਚ ਅਪਿਸਾਰੀ ਬੋਲਦੇ ਹਾਂ। ਤੁਸੀਂ ਪੰਜਾਬੀ ਮੀਡੀਅਮ ਦੀ ਬੁੱਕ ਤੇ ਦੇਖ ਲੈਣਾ। ਸੋ ਮਿਰਰ ਦੇ ਕੇਸ ਵਿੱਚ ਆਪਾਂ ਕਹਿੰਦੇ ਸੀ ਕਨਕੇਵ ਨੂੰ ਕਿ ਕਨਵਰਜਿੰਗ ਆ, ਤੇ ਕਨਵੈਕਸ ਨੂੰ ਕਹਿੰਦੇ ਸੀ ਡਾਈਵਰਜਿੰਗ ਆ। ਪਰ ਲੈਂਸ ਦੇ ਕੇਸ ਵਿੱਚ ਉਲਟਾ ਹੋ ਗਿਆ। ਲੈਂਸ ਦੇ ਕੇਸ ਦੇ ਵਿੱਚ ਜਿਹੜਾ ਕਨਵੈਕਸ ਆ, ਜਿਹਦੇ ਨਾਲ ਕਨਵੈਕਸ ਲੱਗਾ, ਉਹ ਕਨਵਰਜਿੰਗ ਆ, ਕਿਉਂਕਿ ਇਹ ਰੋਸ਼ਨੀ ਸਿੱਧੀ ਜਾ ਰਹੀ ਸੀ, ਇਹਨੇ ਬੈਂਡ ਕਰਕੇ ਪ੍ਰਿੰਸੀਪਲ ਐਕਸਿਸ ਵੱਲ ਲੈਣ ਦੀ। ਹੁਣ ਕਨਵਰਜਿੰਗ ਕਿਹਦੇ ਕੋਲੋਂ ਚਲਾ ਗਿਆ, ਕਨਵਰਜ ਕਰਨ ਦੀ ਨੇਚਰ ਕਿਹਦੇ ਕੋਲੋਂ ਆ ਗਈ, ਕਨਵੈਕਸ ਕੋਲੋਂ। ਰਿਫਰੈਕਸ਼ਨ ਦੇ ਵਿੱਚ ਕਿਹਦੇ ਕੋਲੋਂ ਆ, ਕਨਵੈਕਸ ਲੈਂਸ ਕੋਲੋਂ ਆ, ਤੇ ਰਿਫਲੈਕਸ਼ਨ ਦੇ ਵਿੱਚ ਕਿਹਦੇ ਕੋਲੋਂ ਆ, ਕਨਕੇਵ ਮਿਰਰ ਕੋਲ ਆ। ਕਨਕੇਵ ਮਿਰਰ ਕਨਵਰਜਿੰਗ ਆ, ਪਰ ਕਨਵੈਕਸ ਲੈਂਸ ਕਨਵਰਜਿੰਗ ਆ। ਇੱਧਰ ਕਨਵੈਕਸ ਆ।
ਹੁਣ ਇਸ ਕੇਸ ਦੇ ਵਿੱਚ ਅਸੀਂ ਕਨਵੈਕਸ ਮਿਰਰ ਜਿਹੜਾ ਵਾ ਉਹ ਡਾਈਵਰਜਿੰਗ ਸੀ, ਪਰ ਇਸ ਕੇਸ ਦੇ ਵਿੱਚ ਕਨਕੇਵ, ਇਹ ਕਨਕੇਵ ਲੈਂਸ ਆ, ਕਿਉਂਕਿ ਜੇਕਰ ਅਸੀਂ ਇਸ ਸਾਈਡ ਤੇ ਖਲੋ ਕੇ ਜਿਹੜੀਆਂ ਰਿਫਰੈਕਟਿਡ ਕਿਰਨਾਂ ਨੂੰ ਰੀਟਰੇਸ ਕਰਾਂਗੇ, ਇਸ ਤਰੀਕੇ ਨਾਲ ਅਸੀਂ ਜੇਕਰ ਇਹਨਾਂ ਰਿਫਰੈਕਟਿਡ ਕਿਰਨਾਂ ਨੂੰ ਰੀਟਰੇਸ ਕਰਾਂਗੇ ਤਾਂ ਸਾਨੂੰ ਲੱਗੇਗਾ ਕਿ ਇਹ ਬਿਲਕੁਲ ਸਕੇਲ ਨਾਲ ਲਾਈਨ ਬਣਾਓ ਕਿ ਇਹ ਕਿੱਥੋਂ ਆ ਰਹੀਆਂ ਨੇ, ਇਹ ਕਿਸੇ ਇਸ ਜਗ੍ਹਾ ਤੋਂ ਆ ਰਹੀਆਂ ਨੇ। ਇਹਦਾ ਫੋਕਸ ਕੀ ਹੋ ਗਿਆ, ਇਹ ਵਾਲਾ ਹੋ ਗਿਆ। ਸੋ ਨਿਯਮ ਉਹੀ ਆ ਕਿ ਜਿਹੜੀ ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਏਗੀ, ਉਹ ਰਿਫਰੈਕਟ ਹੋ ਕੇ, ਇੱਥੇ ਆਪਾਂ ਕਹਿ ਰਹੇ ਹਾਂ, ਵਾਸਤਵਿਕ ਵਿੱਚ ਕਹਿ ਰਹੇ ਹਾਂ ਕਿ ਰਿਫਰੈਕਟ ਹੋ ਕੇ ਪ੍ਰਿੰਸੀਪਲ ਐਕਸਿਸ ਨੂੰ ਜਿੱਥੇ ਮਿਲੇਗੀ ਉਹ ਫੋਕਸ ਆ। ਇੱਥੇ ਕੀ ਆ ਕਿ ਉਹ ਰਿਫਰੈਕਟ ਹੋ ਕੇ ਡਾਈਵਰਜ ਹੋ ਗਈ ਆ, ਪਰ ਜਦੋਂ ਅਸੀਂ ਇਧਰੋਂ ਦੇਖਦੇ ਪਏ ਹਾਂ ਤਾਂ ਸਾਨੂੰ ਲੱਗਦਾ ਪਿਆ ਕਿ ਇਹ ਦੋਨੋਂ ਰੇ ਕਿੱਥੋਂ ਆ ਰਹੀਆਂ ਵਾ, ਇਸ ਜਗ੍ਹਾ ਤੋਂ ਆ ਰਹੀਆਂ ਵਾ, ਆਪਾਂ ਇਹਨੂੰ ਫੋਕਸ ਕਵਾਂਗੇ। ਤੇ ਇਸ ਕੇਸ ਦੇ ਵਿੱਚ ਲਾਈਟ ਸੱਚਮੁੱਚ ਪ੍ਰਿੰਸੀਪਲ ਐਕਸਿਸ ਨੂੰ ਮਿਲੀ ਆ, ਤੇ ਆਪਾਂ ਇਹਨੂੰ ਕੀ ਬੋਲਦੇ ਆ, ਰੀਅਲ ਫੋਕਸ, ਰੀਅਲ। ਤੇ ਇੱਥੇ ਕੀ ਲਾਈਟ ਜਦੋਂ ਲੈਂਸ ਦੇ ਵਿੱਚੋਂ ਬਾਹਰ ਨਿਕਲੀ ਆ, ਕੀ ਉਹ ਪ੍ਰਿੰਸੀਪਲ ਐਕਸਿਸ ਨੂੰ ਮਿਲੀ ਆ, ਨਹੀਂ ਮਿਲੀ। ਪਰ ਇਹ ਕੀ ਆ, ਸਾਨੂੰ ਇਧਰੋਂ ਦੇਖਣ ਤੇ ਇੱਕ ਕਲਪਨਾ ਹੋ ਰਹੀ ਆ, ਇੱਕ ਪਰਸੈਪਸ਼ਨ ਹੋ ਰਹੀ ਆ, ਸਾਡੇ ਮਾਈਂਡ 'ਚ ਇਹ ਗੱਲ ਆ ਰਹੀ ਆ ਕਿ ਸ਼ਾਇਦ ਇਹ ਜਿਹੜੀਆਂ ਰਿਫਰੈਕਟਡ ਰੇਜ਼ ਆ ਇਹ ਇੱਥੋਂ ਆ ਰਹੀਆਂ ਵਾ, ਪਰ ਕੀ ਇਹ ਸੱਚਮੁੱਚ ਇੱਥੋਂ ਆ ਰਹੀਆਂ ਵਾ, ਨਹੀਂ। ਇਸ ਕਰਕੇ ਅਸੀਂ ਇਹਨੂੰ ਕੀ ਕਹਿੰਦੇ ਆ, ਇਹ ਵਰਚੁਅਲ ਆ। ਇਸ ਕੇਸ ਦੇ ਵਿੱਚ ਇਹ ਜਿਹੜਾ ਫੋਕਸ ਆ ਇਹ ਵਰਚੁਅਲ ਆ, ਤੇ ਇੱਥੇ ਕੀ ਆ, ਇੱਥੇ ਰੀਅਲ ਫੋਕਸ ਆ, ਇਹ ਫੋਕਸ ਰੀਅਲ ਫੋਕਸ ਆ। ਹੁਣ ਮੈਂ ਇੱਥੇ ਥੋੜ੍ਹਾ ਜਿਹਾ ਮਿਰਰ ਤੇ ਲੈਂਸ ਦੀ ਕੰਪੈਰੀਜ਼ਨ ਵੀ ਕਰਦਾ ਜਾ ਰਿਹਾ ਵਾਂ ਕਿ ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਆ ਕਿ ਕਨਕੇਵ ਮਿਰਰ, ਇੱਧਰ ਮੈਂ ਲਿਖ ਦੇਵਾਂ, ਗੱਲ ਕਰਾਂ ਤੇ ਕਨਕੇਵ ਮਿਰਰ ਕੀ ਸੀ, ਕਨਵਰਜਿੰਗ ਸੀ। ਪਰ ਹੁਣ ਕਨਵੈਕਸ ਲੈਂਸ, ਲੈਂਸ ਦੇ ਕੇਸ ਵਿੱਚ ਕਨਵੈਕਸ ਲੈਂਸ ਕੀ ਆ, ਕਨਵਰਜਿੰਗ ਆ। ਇਹਦੇ ਵਿੱਚ ਕਨਫਿਊਜ਼ ਨਾ ਹੋ ਜਾਣਾ। ਤੇ ਦੂਜੇ ਮਿਰਰ ਦੀ ਗੱਲ ਕਰੀਏ, ਡਾਈਵਰਜਿੰਗ ਦੀ ਗੱਲ ਕਰੀਏ, ਤੇ ਡਾਈਵਰਜਿੰਗ ਮਿਰਰ ਦੇ ਕੇਸ ਵਿੱਚ ਕਿਹਦੇ ਆਈ ਸੀ, ਕਨਵੈਕਸ ਕੋਲੋਂ। ਕਨਵੈਕਸ ਮਿਰਰ ਡਾਈਵਰਜਿੰਗ ਆ, ਤੇ ਕਨਕੇਵ ਲੈਂਸ ਡਾਈਵਰਜਿੰਗ ਆ। ਇਸ ਚੀਜ਼ ਦਾ ਧਿਆਨ ਰੱਖਣਾ। ਹੁਣ ਆਪਾਂ ਇੱਥੇ ਵੀ ਗੱਲ ਕਲੀਅਰ ਕਰ ਜਾਂਦੇ ਹਾਂ ਕਿ ਰਿਫਲੈਕਸ਼ਨ ਦੇ ਕੇਸ ਦੇ ਵਿੱਚ ਜਿਹੜਾ ਕਨਕੇਵ ਮਿਰਰ ਸੀ, ਜਿਹੜਾ ਅਵਤਲ ਦਰਪਣ ਸੀ, ਉਹ ਕੀ ਸੀ, ਉਹਦੀ ਫੋਕਲ ਲੈਂਥ ਕੀ ਆ, ਰੀਅਲ ਆ। ਤੇ ਇਸ ਕੇਸ ਦੇ ਵਿੱਚ ਅਸੀਂ ਕੀ ਆ, ਜਿਹੜਾ ਕਨਵੈਕਸ ਆ, ਕਨਵੈਕਸ ਦੇ ਵਿੱਚ ਜਦੋਂ ਆਪਾਂ ਇਹਨਾਂ ਦੋਨਾਂ ਹੀ ਰਿਫਲੈਕਟਿਡ ਕਿਰਨਾਂ ਨੂੰ, ਜਿਹੜੀਆਂ ਪਰਾਵਰਤਿਤ ਕਿਰਨਾਂ ਵਾ, ਇਹਨਾਂ ਨੂੰ ਰੀਟਰੇਸ ਕਰਦੇ ਸੀ ਤਾਂ ਸਾਨੂੰ ਲੱਗਦਾ ਸੀ ਕਿ ਇੱਥੋਂ ਆ ਰਹੀਆਂ ਵਾ। ਕੀ ਇਹ ਫੋਕਸ ਰੀਅਲ ਸੀ, ਨਹੀਂ ਸੀ ਰੀਅਲ। ਉਹੀ ਗੱਲ ਹੋ ਗਈ ਕਿ ਕਨਕੇਵ ਦਾ ਜਿਹੜਾ ਵਾ, ਆਪਾਂ ਇੱਥੇ ਲਈਏ ਮਿਰਰ ਦੇ ਕੇਸ ਵਿੱਚ, ਜੇ ਗੱਲ ਕਰੀਏ ਮਿਰਰ, ਮਿਰਰ ਦੇ ਵਿੱਚ ਦੋ ਆ ਮਿਰਰ ਸਾਡੇ ਕੋਲੋਂ, ਕਨਕੇਵ ਤੇ ਕਨਵੈਕਸ। ਕਨਕੇਵ ਮਿਰਰ ਦਾ ਜਿਹੜਾ ਫੋਕਸ ਆ, ਫੋਕਸ ਕੀ ਆ, ਰੀਅਲ ਆ, ਤੇ ਇਹਦਾ ਫੋਕਸ ਕੀ ਆ, ਵਰਚੁਅਲ ਆ। ਮੈਂ ਪੰਜਾਬੀ ਦੇ ਵਿੱਚ ਵੀ ਕਿਹਾ ਸੀ, ਰੀਅਲ ਦਾ ਮਤਲਬ ਕੀ ਆ, ਵਾਸਤਵਿਕ ਵਾ, ਤੇ ਵਰਚੁਅਲ ਦਾ ਮਤਲਬ ਕੀ ਆ, ਆਭਾਸੀ ਆ। ਇੱਥੇ ਰੀਅਲ ਕਿਉਂ ਆ, ਕਿਉਂਕਿ ਲਾਈਟ ਰਿਫਲੈਕਟ ਹੋ ਕੇ ਸੱਚਮੁੱਚ ਮਿਲੀ ਆ। ਇੱਥੇ ਸਾਨੂੰ ਇਦਾਂ ਪ੍ਰਤੀਤ ਹੁੰਦਾ ਪਿਆ ਵਾ ਕਿ ਲਾਈਟ ਰਿਫਲੈਕਟ ਹੋ ਕੇ ਸ਼ਾਇਦ ਇੱਥੋਂ ਆਉਂਦੀ ਹੋਵੇ। ਹੁਣ ਇਸ ਕੇਸ ਦੇ ਵਿੱਚ ਇਹ ਰੀਅਲ ਹੈ ਤੇ ਕਨਕੇਵ ਦੇ ਕੇਸ ਵਿੱਚ ਵਰਚੁਅਲ ਹੈ। ਇਹ ਥੋੜਾ ਜਿਹਾ ਡਿਫਰੈਂਸ ਤੁਸੀਂ ਯਾਦ ਰੱਖ ਲੈਣਾ, ਇਹ ਬਹੁਤ ਹੀ ਜ਼ਰੂਰੀ ਆ। ਐਗਜ਼ਾਮ ਦੇ ਵਿੱਚ ਆਮ ਤੌਰ ਤੇ ਹੀ ਪੁੱਛਿਆ ਜਾਂਦਾ ਕਿ ਕਿਹੜਾ ਲੈਂਸ ਕਨਵਰਜਿੰਗ ਆ, ਤੇ ਸਾਨੂੰ ਮਿਰਰ ਤੇ ਲੈਂਸ ਦਾ ਜਿਹੜਾ ਭੁਲੇਖਾ ਹਮੇਸ਼ਾ ਹੀ ਬੱਚਿਆਂ ਨੂੰ ਪਿਆ ਰਹਿੰਦਾ ਹੈ। ਸੋ ਇਹਨੂੰ ਮੈਂ ਦੁਬਾਰਾ ਦੱਸ ਰਿਹਾ, ਮਿਰਰ ਦੇ ਕੇਸ ਵਿੱਚ ਕਨਕੇਵ ਮਿਰਰ ਕਨਵਰਜਿੰਗ ਆ, ਉਹ ਲਾਈਟ ਨੂੰ, ਇਹ ਉਹਦੀ ਐਗਜ਼ਾਮਪਲ ਆ, ਲਾਈਟ ਨੂੰ ਕੀ ਕਰਦਾ ਹੈ, ਕਨਵਰਜ ਕਰਦਾ ਹੈ। ਪਰ ਲੈਂਸ ਦੇ ਕੇਸ ਵਿੱਚ ਕੌਣ ਕਨਵਰਜਿੰਗ ਹੈ, ਕਨਵੈਕਸ। ਜਦੋਂ ਲਾਈਟ ਇਹਦੇ ਵਿੱਚੋਂ ਨਿਕਲਦੀ ਆ, ਉਹ ਪ੍ਰਿੰਸੀਪਲ ਐਕਸਿਸ ਨੂੰ ਮਿਲਦੀ ਆ, ਇਹ ਲਾਈਟ ਨੂੰ ਮੋੜ ਦਿੰਦਾ ਹੈ। ਇੱਧਰ ਡਾਈਵਰਜਿੰਗ ਦੀ ਗੱਲ ਕਰੀਏ ਤਾਂ ਡਾਈਵਰਜਿੰਗ ਅਸੀਂ ਕਿਹਨੂੰ ਕਿਹਾ ਸੀ, ਮਿਰਰ ਦੇ ਕੇਸ ਦੇ ਵਿੱਚ ਕਨਵੈਕਸ ਨੂੰ ਕਿਹਾ ਸੀ, ਉੱਤਲ ਦਰਪਣ ਨੂੰ ਕਿਹਾ ਸੀ। ਤੇ ਇੱਥੇ ਕਿਹਨੂੰ ਕਹਿ ਰਹੇ ਹਾਂ, ਅਵਤਲ ਲੈਂਸ ਨੂੰ ਕਹਿ ਰਹੇ ਹਾਂ। ਕਨਕੇਵ ਲੈਂਸ ਤੇ ਕਨਵੈਕਸ ਮਿਰਰ ਦੋਨੋਂ ਹੀ ਡਾਈਵਰਜਿੰਗ ਆ। ਇੱਕ ਨੂੰ, ਇਹਨੂੰ ਡਾਈਵਰਜਿੰਗ ਮਿਰਰ, ਇਹਨੂੰ ਡਾਈਵਰਜਿੰਗ ਅਸੀਂ ਲੈਂਸ ਕਵਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਦੀ ਫੋਕਲ ਲੈਂਥ ਦੀ, ਕਿ ਕਿਹੜੇ ਲੈਂਸ ਦੀ ਫੋਕਲ ਲੈਂਥ ਪੋਜ਼ਿਟਿਵ ਆ ਤੇ ਕਿਹੜੇ ਲੈਂਸ ਦੀ ਫੋਕਲ ਲੈਂਥ ਜਿਹੜੀ ਆ ਉਹ ਨੈਗੇਟਿਵ ਆ।
ਕਨਵੈਕਸ ਲੈਂਸ ਦੇ ਕੇਸ ਵਿੱਚ ਅਸੀਂ ਫੋਕਲ ਲੈਂਥ ਕੀ ਮੰਨਦੇ ਆ? ਪੋਜ਼ਿਟਿਵ ਮੰਨਦੇ ਆ। ਇਹ ਕੀ ਆ? ਪੋਜ਼ਿਟਿਵ ਆ, ਕਿਉਂਕਿ ਅਸੀਂ ਸਾਈਨ ਕਨਵੈਨਸ਼ਨ ਦੇਖੀ ਆ, ਇੱਥੋਂ ਹਰ ਦੂਰੀ ਪਹਿਲਾਂ ਦੀ ਤਰ੍ਹਾਂ ਕਿੱਥੋਂ ਮਾਪੀ ਜਾਣੀ ਆ? ਆਪਟੀਕਲ ਸੈਂਟਰ ਤੋਂ। ਤੁਸੀਂ ਕੋਈ ਵੀ ਦੂਰੀ ਮਾਪਣੀ ਆ ਉਹ ਆਪਟੀਕਲ ਸੈਂਟਰ ਤੋਂ ਹੀ ਮਾਪਣੀ ਆ। ਜਦੋਂ ਆਪਟੀਕਲ ਸੈਂਟਰ ਤੋਂ ਇਸ ਸਾਈਡ ਨੂੰ ਪਿਛਾਂਹ ਨੂੰ ਆਵਾਂਗੇ, ਕੋਈ ਆਬਜੈਕਟ ਪਿਆ ਹੋਏਗਾ, ਮੰਨ ਲਓ ਜਿਵੇਂ ਮੈਂ ਕਹਾਂ ਕਿ ਇਹ ਆਬਜੈਕਟ ਪਿਆ, ਤੇ ਇੱਥੋਂ ਆਪਾਂ ਇਹਦੀ ਦੂਰੀ ਕੀ ਆ? ਪਿੱਛੇ ਨੂੰ ਮਾਪਣੀ ਆ। ਇਹ ਕੀ ਹੋਏਗੀ? ਨੈਗੇਟਿਵ ਹੋਏਗੀ, ਕਿਉਂਕਿ ਇਨਸੀਡੈਂਟ ਲਾਈਟ ਕਿੱਧਰ ਨੂੰ ਆਉਣੀ ਆ? ਇੱਧਰ ਨੂੰ ਆਉਣੀ ਆ। ਇਨਸੀਡੈਂਟ ਲਾਈਟ ਇੱਧਰ ਨੂੰ ਆਉਣੀ ਆ। ਜਦੋਂ ਵੀ ਤੁਸੀਂ ਇਨਸੀਡੈਂਟ ਲਾਈਟ ਦੇ ਆਪੋਜ਼ਿਟ ਦੂਰੀ ਮਾਪਦੇ ਜੋ, ਤੇ ਉਹ ਹਮੇਸ਼ਾ ਨੈਗੇਟਿਵ ਲਈ ਜਾਂਦੀ ਆ। ਪਰ ਇਹ ਵਾਲੀ ਦੂਰੀ, ਜਦੋਂ ਇਹ ਫੋਕਸ ਦੀ ਤੁਸੀਂ ਦੂਰੀ ਇੱਧਰ ਨੂੰ ਮਾਪੋਗੇ, ਇਹ ਕੀ ਆ? ਇਨਸੀਡੈਂਟ ਲਾਈਟ ਵੀ ਇੱਧਰ ਨੂੰ ਜਾ ਰਹੀ ਸੀ, ਬੇਸ਼ੱਕ ਇਨਸੀਡੈਂਟ ਲਾਈਟ ਇੱਥੇ ਹੀ ਖਤਮ ਹੋ ਗਈ ਆ। ਅੱਗੇ ਕੀ ਆ? ਰਿਫਰੈਕਟਡ ਆ, ਜਿਹੜੀ ਅੰਦਰੋਂ ਟਰਾਂਸਮਿਟ ਹੋਈ ਆ। ਪਰ ਇਨਸੀਡੈਂਟ ਲਾਈਟ ਦੀ ਡਾਇਰੈਕਸ਼ਨ ਕਿੱਧਰ ਸੀ? ਆ ਦੇਖੋ ਮੈਂ ਡਾਟਡ ਲਾਈਨ ਬਣਾਈਆਂ ਹੋਈਆਂ, ਇੱਧਰ ਨੂੰ ਸੀ। ਤੇ ਜਿਹੜੀ ਵੀ ਦੂਰੀ ਜਿਹੜੀ ਆ, ਡਿਸਟੈਂਸ ਆ, ਉਹ ਅਸੀਂ ਇਨਸੀਡੈਂਟ ਲਾਈਟ ਦੀ ਡਾਇਰੈਕਸ਼ਨ ਦੇ ਵੱਲ ਨੋਟ ਕਰਾਂਗੇ, ਉਹ ਹਮੇਸ਼ਾ ਹੀ ਪੋਜ਼ਿਟਿਵ ਲਈ ਜਾਣੀ ਆ, ਭਾਵੇਂ ਮਿਰਰ ਦਾ ਕੇਸ ਆ ਤੇ ਭਾਵੇਂ ਲੈਂਸ ਦਾ ਕੇਸ ਆ। ਮੇਰੇ ਕਹਿਣ ਦਾ ਮਤਲਬ ਭਾਵੇਂ ਰਿਫਲੈਕਸ਼ਨ ਆ ਤੇ ਭਾਵੇਂ ਰਿਫਰੈਕਸ਼ਨ ਆ। ਸੋ ਇਹ ਪੋਜ਼ਿਟਿਵ ਆ। ਤੇ ਇਸ ਕੇਸ ਦੇ ਵਿੱਚ ਦੇਖੋ, ਤੁਸੀਂ ਆਪਣੇ ਆਪ ਹੀ ਸਮਝ ਜਾਓਗੇ, ਇਨਸੀਡੈਂਟ ਰੋਸ਼ਨੀ ਇੱਧਰੋਂ ਆ ਰਹੀ ਆ। ਜਦੋਂ ਤੁਸੀਂ ਇਹ ਦੂਰੀ ਨੋਟ ਕਰੋਗੇ ਤੇ ਇਹ ਕੀ ਆ? ਇਹ ਨੈਗੇਟਿਵ ਹੋਏਗੀ। ਸੋ ਫੋਕਸ ਦੇ ਬਾਰੇ ਸਾਡੇ ਕੋਲੋਂ ਦੋ ਗੱਲਾਂ ਪਤਾ ਲੱਗੀਆਂ ਕਿ ਜਿਹੜਾ ਕਨਵੈਕਸ ਲੈਂਸ ਆ, ਕਨਵੈਕਸ ਲੈਂਸ ਦਾ ਫੋਕਸ ਕੀ ਆ? ਰੀਅਲ ਆ, ਪਹਿਲੇ ਨੰਬਰ ਤੇ ਰੀਅਲ ਆ। ਤੇ ਇਹਦੀ ਫੋਕਲ ਲੈਂਥ ਕੀ ਆ? ਪੋਜ਼ਿਟਿਵ ਆ। ਫੋਕਲ ਲੈਂਥ, ਫੋਕਸ ਤੋਂ ਦੂਰੀ ਫੋਕਲ ਲੈਂਥ। ਤੇ ਅਗਰ ਇਸ ਲੈਂਸ ਦੀ ਗੱਲ ਕਰੀਏ, ਕਨਕੇਵ ਦੀ, ਕਨਕੇਵ ਲੈਂਸ ਦੇ ਕੇਸ ਦੇ ਵਿੱਚ ਜਿਹੜਾ ਸਾਡਾ ਫੋਕਸ ਆ ਉਹ ਕੀ ਆ? ਵਰਚੁਅਲ ਆ। ਫੋਕਸ ਵਰਚੁਅਲ ਹੈ ਤੇ ਇਹਦੀ ਦੂਰੀ ਕੀ ਆ? ਫੋਕਲ ਲੈਂਥ, ਮਤਲਬ ਇਹਦੀ ਫੋਕਲ ਲੈਂਥ ਕੀ ਆ? ਨੈਗੇਟਿਵ ਆ। ਸੋ ਇਹ ਗੱਲਾਂ ਯਾਦ ਰੱਖਣੀਆਂ। ਵੈਸੇ ਤੇ ਲੈਂਸ ਦੇ ਦੋ ਫੋਕਸ ਹੁੰਦੇ ਆ, ਕਿਉਂਕਿ ਜੇਕਰ ਅਸੀਂ ਫੋਕਸ ਇੱਧਰ ਬਣਾਇਆ ਵਾ ਤੇ ਫੋਕਸ ਇੱਧਰ ਵੀ ਬਣ ਸਕਦਾ। ਲੈਂਸ ਨੂੰ ਤਾਂ ਤੁਸੀਂ ਕਿਸੇ ਪਾਸਿਓਂ ਵੀ ਵਰਤ ਸਕਦੇ, ਇੱਧਰੋਂ ਵੀ ਵਰਤ ਸਕਦੇ, ਇੱਧਰੋਂ ਵੀ ਵਰਤ ਸਕਦੇ, ਇੱਦਾਂ ਹੀ ਇੱਧਰ ਆ ਕੇ ਇਹਨੂੰ ਵੀ ਜਿੱਧਰੋਂ ਮਰਜ਼ੀ ਵਰਤ ਸਕਦੇ। ਸੋ ਇਹਦੇ ਦੋ ਫੋਕਸ ਹੁੰਦੇ ਆ। ਮੈਂ ਤੁਹਾਨੂੰ ਦੱਸਦਾ ਕਿ ਇਹਦੇ ਦੋ ਫੋਕਸ ਕਿਸ ਤਰ੍ਹਾਂ ਦੇ ਬਣਦੇ ਆ। ਸੋ ਇੱਥੇ ਇੱਕ ਫਿਰ ਮੈਂ ਦੁਬਾਰਾ ਕਹਿ ਰਿਹਾ ਕਿ ਇੱਥੇ ਥੋੜ੍ਹਾ ਡਾਊਟ ਕਲੀਅਰ ਕਰਕੇ ਜਾਣਾ। ਮੈਂ ਇੱਥੇ ਮਿਰਰ ਵੀ ਦੁਬਾਰਾ ਬਣਾ ਦਿੰਦਾ ਵਾਂ ਤੇ ਉਹਨਾਂ ਦੇ ਥੋੜ੍ਹੇ ਜਿਹੇ ਜਿਹੜੇ ਸਿਮਿਲੈਰਿਟੀਜ਼ ਆ ਜਾਂ ਦੋਨਾਂ ਦੇ ਵਿੱਚ ਜਿਹੜੇ ਭੁਲੇਖੇ ਪੈਣੇ ਆ, ਆਪਾਂ ਉਹਨਾਂ ਨੂੰ ਕਲੀਅਰ ਕਰ ਲੈਂਦੇ ਆ। ਇੱਧਰ ਆਪਾਂ ਪਹਿਲਾਂ ਕਨਵੈਕਸ ਮਿਰਰ ਬਣਾ ਲੈਂਦੇ ਆ। ਕਨਵੈਕਸ ਮਿਰਰ ਦੇ ਅੰਦਰਲੇ ਪਾਸੇ ਪੋਲਿਸ਼ ਹੁੰਦੀ ਹੈ ਤੇ ਇੱਧਰ ਕਨਕੇਵ ਮਿਰਰ ਬਣਾ ਲੈਂਦੇ। ਕਨਕੇਵ ਮਿਰਰ ਦੇ ਬੈਕ ਸਾਈਡ ਤੇ ਉੱਭਰੇ ਹੋਏ ਪਾਸੇ ਤੇ ਪੋਲਿਸ਼ ਕੀਤੀ ਹੁੰਦੀ ਹੈ। ਅਸੀਂ ਇੱਧਰ ਕੀ ਦੇਖਦੇ ਸੀ ਕਿ ਇੱਕ ਇਨਸੀਡੈਂਟ ਰੇ ਆਈ ਤੇ ਉਹ ਵਾਪਸੀ ਤੇ ਇੱਧਰ ਨੂੰ ਗਈ, ਉੱਪਰ ਨੂੰ ਗਈ। ਤੇ ਜੇਕਰ ਇੱਧਰ ਇਨਸੀਡੈਂਟ ਰੇ ਆਈ, ਉਹ ਨੀਚੇ ਆਉਂਦੀ ਪਈ ਆ। ਹੁਣ ਇਹ ਕਨਵੈਕਸ ਮਿਰਰ, ਇਹ ਕੀ ਆ? ਕਨਕੇਵ ਮਿਰਰ। ਇਹਦੇ ਬਾਰੇ ਸਵਾਲ ਸਾਨੂੰ ਆਮ ਹੀ ਪੇਪਰ ਦੇ ਵਿੱਚ ਮਿਲ ਜਾਂਦੇ ਆ। ਜੇਕਰ ਇਹ ਚੀਜ਼ਾਂ, ਇਹ ਡਾਊਟ ਤੁਹਾਡੇ ਕਲੀਅਰ ਹੋ ਗਏ ਤੇ ਤੁਹਾਡੀ ਜਿਹੜੀ ਆ ਆਪਟਿਕਸ ਆ ਉਹ ਕਾਫੀ ਹੱਦ ਤੱਕ ਕਲੀਅਰ ਹੋ ਜਾਣੀ ਆ। ਹੁਣ ਮਿਰਰ ਦੇ ਕੇਸ ਵਿੱਚ ਅਸੀਂ ਕਨਵੈਕਸ ਮਿਰਰ ਦੀ ਜਿਹੜੀ ਫੋਕਲ ਲੈਂਥ ਆ ਉਹ ਕੀ ਆ? ਇਹਦੀ ਫੋਕਲ ਲੈਂਥ ਕਿੱਥੇ ਬਣਦੀ ਸੀ? ਪਿੱਛੇ ਬਣਦੀ ਸੀ। ਪਰ ਇਨਸੀਡੈਂਟ ਲਾਈਟ ਦੀ ਡਾਇਰੈਕਸ਼ਨ 'ਚ ਆ, ਇਨਸੀਡੈਂਟ ਲਾਈਟ ਦੀ ਡਾਇਰੈਕਸ਼ਨ ਇੱਧਰ ਆ, ਦੂਰੀ ਕਿੱਥੋਂ ਮਾਪਣੀ ਆ? ਇੱਥੋਂ। ਇਹਦੀ ਫੋਕਲ ਲੈਂਥ ਕੀ ਆ? ਪੋਜ਼ਿਟਿਵ ਆ। ਪਰ ਕੀ ਇਹ ਸੱਚੀ ਮੁੱਚੀ ਆ? ਕਿਉਂਕਿ ਲਾਈਟ ਤੇ ਇੱਥੋਂ ਰਿਫਲੈਕਟ ਹੋ ਕੇ ਵਾਪਸ ਚਲੇਗੀ। ਇਹ ਤੇ ਅਸੀਂ ਜਦੋਂ ਰਿਫਲੈਕਟਡ ਕਿਰਨ ਨੂੰ ਦੇਖਦੇ ਪਏ ਆ ਕਿ ਇਹ ਵਾਲੀ ਰਿਫਲੈਕਟਡ ਕਿਰਨ ਨੂੰ ਦੇਖਦੇ ਪਏ, ਸਾਨੂੰ ਲੱਗਦਾ ਪਿਆ ਇੱਥੋਂ ਆਉਂਦੀ ਪਈ ਆ। ਪਰ ਕੀ ਇਹ ਸੱਚਮੁੱਚ ਇੱਥੋਂ ਆਉਂਦੀ ਪਈ ਆ? ਨਹੀਂ। ਇਸ ਕਰਕੇ ਇਹ ਕੀ ਆ? ਵਰਚੁਅਲ ਆ। ਵਰਚੁਅਲ ਮਤਲਬ ਆਭਾਸੀ। ਮੈਂ ਇਹਨੂੰ ਲਿਖ ਦਿੰਦਾ। ਪੋਜ਼ਿਟਿਵ ਦਾ ਮਤਲਬ ਤੇ ਧਨਾਤਮਕ ਹੀ ਹੁੰਦਾ, ਆਭਾਸੀ। ਤੇ ਕਨਕੇਵ ਮਿਰਰ ਦੀ ਗੱਲ ਕਰੀਏ, ਕਨਕੇਵ ਮਿਰਰ ਦੇ ਕੇਸ ਵਿੱਚ ਫੋਕਲ ਲੈਂਥ ਇੱਥੋਂ ਪੋਲ ਤੋਂ ਮਾਪੀ ਜਾਣੀ ਆ। ਇਨਸੀਡੈਂਟ ਲਾਈਟ ਦੇ ਆਪੋਜ਼ਿਟ ਜਾ ਰਹੇ ਆ। ਇਨਸੀਡੈਂਟ ਲਾਈਟ ਦੀ ਡਾਇਰੈਕਸ਼ਨ ਇਹ ਆ, ਤੁਸੀਂ ਆਪੋਜ਼ਿਟ ਆ ਰਹੇ ਜੋ। ਫੋਕਲ ਲੈਂਥ ਕੀ ਆ? ਨੈਗੇਟਿਵ ਆ। ਪਰ ਹੈ ਕੀ ਆ? ਰੀਅਲ ਆ। ਰੀਅਲ ਕਿਉਂ?
ਕਿਉਂਕਿ ਲਾਈਟ ਰਿਫਲੈਕਟ ਹੋ ਕੇ ਸੱਚਮੁੱਚ ਹੀ ਪ੍ਰਿੰਸੀਪਲ ਐਕਸਿਸ ਨੂੰ ਮਿਲੀ ਆ। ਸੋ ਇਹ ਗੱਲਾਂ ਬਹੁਤ ਹੀ ਧਿਆਨ ਨਾਲ ਕਲੀਅਰ ਕਰਕੇ ਤੁਰਨਾ ਤੁਸੀਂ ਕਿ ਕਨਵੈਕਸ ਲੈਂਸ ਦੀ ਫੋਕਲ ਲੈਂਥ ਰੀਅਲ ਆ, ਪਰ ਇੱਧਰ ਕਨਕੇਵ ਮਿਰਰ ਦੀ ਫੋਕਲ ਲੈਂਥ ਰੀਅਲ ਆ। ਸੋ ਇਹ ਗੱਲਾਂ ਤੁਸੀਂ ਬਹੁਤ ਹੀ ਧਿਆਨ ਨਾਲ ਕਲੀਅਰ ਕਰਕੇ ਜਾਣੀਆਂ ਵਾ, ਕਿਉਂਕਿ ਹਮੇਸ਼ਾ ਹੀ ਮਿਰਰ ਦਾ ਤੇ ਲੈਂਸ ਦਾ ਭੁਲੇਖਾ ਬਣਿਆ ਹੀ ਰਹਿੰਦਾ ਹੈ ਜੇਕਰ ਅਸੀਂ ਚੰਗੇ ਤਰੀਕੇ ਨਾਲ ਕਨਸੈਪਟ ਨੂੰ ਨਾ ਸਮਝਿਆ ਹੋਵੇ। ਕਨਵੈਕਸ ਲੈਂਸ, ਜਦੋਂ ਕਨਵੈਕਸ ਲੱਗਾ ਹੋਇਆ ਹੈ, ਕਨਵੈਕਸ ਲੈਂਸ ਫੋਕਲ ਲੈਂਥ ਰੀਅਲ ਤੇ ਫੋਕਲ ਲੈਂਥ ਪੋਜ਼ਿਟਿਵ ਆ। ਤੇ ਜਦੋਂ ਇੱਧਰ ਕਨਵੈਕਸ ਮਿਰਰ ਦੀ ਗੱਲ ਕਰੀਏ, ਕਨਵੈਕਸ ਮਿਰਰ ਦੇ ਵਿੱਚ ਕੀ ਆ, ਫੋਕਲ ਲੈਂਥ ਪੋਜ਼ਿਟਿਵ ਪਰ ਵਰਚੁਅਲ, ਤੇ ਕਨਵੈਕਸ ਲੈਂਸ ਦੇ ਵਿੱਚ ਫੋਕਲ ਲੈਂਥ ਪੋਜ਼ਿਟਿਵ ਮਤਲਬ ਜਦੋਂ ਕਨਵੈਕਸ ਲੱਗਾ ਹੋਇਆ ਹੈ, ਇੱਧਰ ਵੀ ਕਨਵੈਕਸ ਲੱਗਾ ਤੇ ਇੱਧਰ ਵੀ ਕਨਵੈਕਸ ਲੱਗਾ, ਦੋਨਾਂ ਕੇਸਾਂ ਦੇ ਵਿੱਚ ਇੱਕ ਸਿਮਿਲੈਰਿਟੀ ਆ ਗਈ, ਫੋਕਲ ਲੈਂਥ ਪੋਜ਼ਿਟਿਵ ਆ। ਪਰ ਇੱਕ ਅਸਮਾਨਤਾ ਵੀ ਆਈ, ਅਸਮਾਨਤਾ ਵੀ ਆ ਗਈ ਕਿ ਇਹਦੀ ਫੋਕਲ ਲੈਂਥ ਰੀਅਲ ਆ, ਵਾਸਤਵਿਕ ਆ, ਤੇ ਇਹਦੀ ਫੋਕਲ ਲੈਂਥ ਆਭਾਸੀ ਆ। ਤੇ ਇਸ ਕੇਸ ਦੇ ਵਿੱਚ ਕਨਕੇਵ ਲੈਂਸ ਦੇ ਵਿੱਚ ਕੀ ਆ, ਫੋਕਲ ਲੈਂਥ ਨੈਗੇਟਿਵ ਆ, ਨੈਗੇਟਿਵ ਵੀ ਆ ਤੇ ਵਰਚੁਅਲ ਵੀ ਆ। ਇੱਥੇ ਫੋਕਲ ਲੈਂਥ ਕੀ ਆ, ਰੀਅਲ ਆ, ਕਿਉਂਕਿ ਲਾਈਟ ਰਿਫਲੈਕਟ ਹੋ ਕੇ ਮਿਲੀ ਆ ਪਰ ਹੈਗੀ ਨੈਗੇਟਿਵ ਆ। ਸੋ ਇਹ ਜਿਹੜੇ ਡਾਊਟ ਆ ਨਾ, ਇਹ ਜਿਹੜੀਆਂ ਗੱਲਾਂ ਫੈਕਟਸ ਆ, ਇਹ ਤੁਹਾਨੂੰ ਬਹੁਤ ਹੀ ਕਲੀਅਰ ਹੋਣੇ ਚਾਹੀਦੇ ਆ। ਹੁਣ ਅਸੀਂ ਇਸ ਤੋਂ ਬਾਅਦ 'ਚ ਇਹਨਾਂ ਲੈਂਸ ਦੁਆਰਾ ਜਿਹੜੇ ਆ ਦੋ ਫੋਕਸ ਬਣਦੇ ਆ, ਉਹਨਾਂ ਨੂੰ ਸਟੱਡੀ ਕਰਦੇ ਆ ਕਿ ਅਸੀਂ ਉਹ ਦੋ ਫੋਕਸ ਕਿਵੇਂ ਬਣਾਉਂਦੇ ਆ। ਹੁਣ ਅਸੀਂ ਦੋਨੋਂ ਹੀ ਲੈਂਸ ਬਣਾਉਂਦੇ ਆ। ਇਹ ਕੀ ਆ, ਇੱਕ ਕਨਵੈਕਸ ਲੈਂਸ ਆ, ਇਹ ਕੀ ਆ, ਕਨਕੇਵ ਲੈਂਸ ਆ, ਕਨਕੇਵ ਤੇ ਕਨਵੈਕਸ। ਕਨਵੈਕਸ ਮਤਲਬ ਉੱਤਲ ਦਰਪ ਲੈਂਸ ਤੇ ਅਵਤਲ ਲੈਂਸ। ਹੁਣ ਗੱਲ ਲੈਂਸ ਦੀ ਹੀ ਕਰਦੀ ਆ ਤੇ ਮੈਂ ਉੱਪਰ ਹੀ ਲੈਂਸ ਲਿਖ ਦਿੰਦਾ ਕਿ ਇਹ ਲੈਂਸ ਹੈ। ਤੇ ਜਿਵੇਂ ਅਸੀਂ ਪੜ੍ਹਿਆ ਕਿ ਇਹ ਕੀ ਹੋ ਗਈ, ਇਹਦੇ ਆਪਟੀਕਲ ਸੈਂਟਰ ਦੇ ਵਿੱਚੋਂ ਨਿਕਲਦੀ ਆ ਤੇ ਇੱਧਰ ਵੀ ਇਹਦੇ ਆਪਟੀਕਲ ਸੈਂਟਰ ਚੋਂ ਨਿਕਲਦੀ ਆ। ਹੁਣ ਜੇਕਰ ਆਬਜੈਕਟ ਇੱਧਰ ਰੱਖਾਂਗੇ ਜਾਂ ਇੱਧਰੋਂ ਇਨਸੀਡੈਂਟ ਰੇ ਪੈਰਲਲ ਆਏਗੀ ਤੇ ਉਹ ਰਿਫਰੈਕਟ ਹੋ ਕੇ ਇੱਧਰ ਕਿਤੇ ਫੋਕਸ ਬਣਾਏਗੀ, ਪਰ ਜੇ ਇੱਧਰੋਂ ਆਏਗੀ ਤੇ ਉਹ ਫੋਕਸ ਇੱਧਰ ਬਣਾਏਗੀ। ਇਹਦਾ ਮਤਲਬ ਇਹਦੇ ਫੋਕਸ ਦੋਨੋਂ ਸਾਈਡ ਤੇ ਬਣਨਗੇ। ਮੈਂ ਮੰਨ ਲੈਂਦਾ ਕਿ ਇੱਕ ਫੋਕਸ ਇੱਧਰ ਹੈ ਤੇ ਇੱਕ ਫੋਕਸ ਇੱਧਰ ਹੈ। ਹੁਣ ਇਹਨਾਂ ਦੇ ਵਿੱਚੋਂ ਕਿਹੜੇ ਫੋਕਸ ਨੂੰ 1 ਨੰਬਰ ਕਿਹਾ ਜਾਣਾ ਜਾਂ ਕਿਹੜੇ ਫੋਕਸ ਨੂੰ 2 ਨੰਬਰ ਕਿਹਾ ਜਾਣਾ, ਤਾਂ ਉਹ ਗੱਲ ਤੁਸੀਂ ਚੰਗੇ ਤਰੀਕੇ ਨਾਲ ਯਾਦ ਕਰ ਲਓ ਜਾਂ ਸਿੱਖ ਲਓ ਕਿ ਜੇ ਮੰਨ ਲਓ ਇੱਥੋਂ ਕੋਈ ਰੇਜ਼ ਆ ਰਹੀਆਂ ਨੇ, ਹੁਣ ਇਹ ਰੇਜ਼ ਜਿਹੜੀਆਂ ਵਾ ਕਿੱਥੇ ਜਾ ਕੇ ਪਈਆਂ, ਇਸ ਉੱਤਲ ਲੈਂਸ ਦੇ ਉੱਪਰ ਪਈਆਂ, ਤੇ ਹੁਣ ਕੀ ਹੋਏਗਾ, ਰਿਫਰੈਕਸ਼ਨ ਹੋਏਗੀ, ਕਿਉਂਕਿ ਪ੍ਰਕਾਸ਼ ਜਿਹੜਾ ਵਾ ਉਹ ਇਸ ਲੈਂਸ ਦੇ ਉੱਤੇ ਪਿਆ ਤੇ ਇਹ ਰੇ ਰਿਫਰੈਕਟ ਹੋ ਕੇ, ਮਤਲਬ ਜਦੋਂ ਇਹਦੇ ਚੋਂ ਪਾਸ ਹੋ ਕੇ ਬਾਹਰ ਨਿਕਲਣਗੀਆਂ ਤਾਂ ਇਹ ਕੀ ਆ, ਇਸ ਤਰੀਕੇ ਨਾਲ ਨਿਕਲਦੀਆਂ, ਪੈਰਲਲ, ਪ੍ਰਿੰਸੀਪਲ ਐਕਸਿਸ ਦੇ ਪੈਰਲਲ। ਹੁਣ ਇਹਨੂੰ ਆਪਾਂ ਬੋਲਦੇ ਆ ਫੋਕਸ 1, F1। ਕਿਉਂ ਫੋਕਸ 1 ਕਿਹੜਾ ਹੋਏਗਾ, ਫੋਕਸ 1 ਉਹ ਹੋਏਗਾ ਜਿੱਥੋਂ ਆਉਣ ਵਾਲੀਆਂ ਇਨਸੀਡੈਂਟ ਰੇਸ ਰਿਫਰੈਕਟ ਹੋ ਕੇ ਪੈਰਲਲ ਹੋ ਜਾਣ। ਪੰਜਾਬੀ ਦੇ ਵਿੱਚ ਕੀ ਹੋ ਗਿਆ ਕਿ ਜਿੱਥੋਂ ਇਨਸੀਡੈਂਟ ਰੇ ਆ ਰਹੀਆਂ ਵਾ, ਮਤਲਬ ਜੇ ਇਸ ਪੁਆਇੰਟ ਤੋਂ ਇਨਸੀਡੈਂਟ ਰੇ ਆ ਰਹੀਆਂ ਵਾ ਤੇ ਉਹ ਰਿਫਰੈਕਟ ਹੋ ਕੇ ਬਾਹਰ ਨਿਕਲ ਕੇ ਇਸ ਲੈਂਸ ਦੇ ਵਿੱਚੋਂ ਪੈਰਲਲ ਹੋ ਜਾਂਦੀਆਂ ਨਾ, ਤੇ ਆਪਾਂ ਇਹਨੂੰ ਕੀ ਬੋਲਣਾ ਵਾ, ਫੋਕਸ 1 ਬੋਲਣਾ ਵਾ। ਤੇ ਜੇ ਅਸੀਂ ਉਲਟਾ ਗੱਲ ਕਰੀਏ ਕਿ ਬਿਲਕੁਲ ਇਹਦੇ ਆਪੋਜ਼ਿਟ, ਕਿ ਇੱਥੇ ਕੀ ਆ, ਮੰਨ ਲਓ ਕਿ ਇਨਸੀਡੈਂਟ ਰੇਜ਼ ਪੈਰਲਲ ਆ ਰਹੀਆਂ, ਇਹ ਆ ਰਹੀਆਂ ਪੈਰਲਲ, 2 ਬਣਾ ਲੈਂਦੇ ਆਪਾਂ, 3 ਬਣਾ ਲੈਂਦੇ ਆ, ਉਹ ਸਾਡੀ ਮਰਜ਼ੀ ਆ। ਇਹ ਇਨਸੀਡੈਂਟ ਰੇ ਕੀ ਆ, ਪੈਰਲਲ ਆ ਰਹੀਆਂ ਪ੍ਰਿੰਸੀਪਲ ਐਕਸਿਸ ਦੇ, ਤੇ ਇਹ ਰਿਫਰੈਕਟ ਹੋ ਕੇ ਕੀ ਕਰਦੀਆਂ, ਸਾਨੂੰ ਪਤਾ, ਫੋਕਸ ਤੇ ਮਿਲਦੀਆਂ। ਸਕੇਲ ਨਾਲ ਲਾਈਨ ਡਰਾ ਕੀਤੀ ਜਾਵੇ, ਇਹਨੂੰ ਬੋਲਦੇ ਆ ਫੋਕਸ 2। ਉੱਤਲ ਲੈਂਸ ਦੇ ਕੇਸ ਵਿੱਚ ਇਸ ਚੀਜ਼ ਨੂੰ ਧਿਆਨ ਨਾਲ ਦੇਖ ਲਿਆ ਜਾਵੇ, ਕਨਵੈਕਸ ਲੈਂਸ ਦੇ ਕੇਸ ਦੇ ਵਿੱਚ, ਕਿਉਂਕਿ ਇਹਦੇ ਫੋਕਸ ਬਣਦੇ ਆ ਦੋਨੋਂ ਸਾਈਡ ਤੇ। ਬੇਸ਼ੱਕ ਅਸੀਂ 10th ਕਲਾਸ ਦੇ ਵਿੱਚ ਸਿਰਫ ਇੱਕੋ ਫੋਕਸ ਦੇ ਬਾਰੇ ਹੀ ਜ਼ਿਆਦਾ ਪੜ੍ਹੀ ਜਾਣਾ ਵਾ, ਮਤਲਬ ਸਾਡੀ ਵਰਤੋਂ ਦੇ ਵਿੱਚ ਬਹੁਤ ਘੱਟ ਆਉਂਦਾ ਵਾ, ਪਰ ਬੇਸਿਕਲੀ ਸਾਨੂੰ ਪਤਾ ਹੋਣਾ ਚਾਹੀਦਾ ਵਾ
ਕਿ ਇਹ ਲੈਂਸ ਆ ਇਹਨੂੰ ਦੋਨੋਂ ਪਾਸਿਆਂ ਤੋਂ ਵਰਤਿਆ ਜਾ ਸਕਦਾ। ਜੇ ਦੋਨੋਂ ਪਾਸਿਆਂ ਤੋਂ ਵਰਤਿਆ ਜਾ ਸਕਦਾ ਵਾ ਤੇ ਅਸੀਂ ਕਿਹੜੇ ਫੋਕਸ ਨੂੰ ਪ੍ਰਾਇਮਰੀ ਕਹਿਣਾ ਵਾ, 1 ਨੰਬਰ ਕਹਿਣਾ ਵਾ, ਕਿਹੜੇ ਫੋਕਸ ਨੂੰ 2 ਨੰਬਰ ਤੇ ਕਹਿਣਾ ਵਾ। ਹੁਣ ਇਨਸੀਡੈਂਟ ਰੇਜ਼ ਕਮਿੰਗ ਫਰੋਮ ਦਿਸ ਪੁਆਇੰਟ ਬਿਕਮ ਪੈਰਲਲ ਆਫਟਰ ਰਿਫਰੈਕਸ਼ਨ। ਮੇਰੇ ਕਹਿਣ ਦਾ ਮਤਲਬ ਆ ਕਿ ਪ੍ਰਿੰਸੀਪਲ ਐਕਸਿਸ ਦੇ ਉੱਪਰ ਇੱਕ ਇਹੋ ਜਿਹਾ ਪੁਆਇੰਟ ਜਿੱਥੋਂ ਇਨਸੀਡੈਂਟ ਰੇਜ਼ ਆ ਰਹੀਆਂ ਵਾ ਤੇ ਉਹ ਲੈਂਸ ਦੇ ਵਿੱਚੋਂ ਪਾਸ ਹੋ ਕੇ ਪੈਰਲਲ ਹੋ ਜਾਂਦੀਆਂ, ਤੇ ਉਸ ਪੁਆਇੰਟ ਨੂੰ ਕੀ ਬੋਲਦੇ ਆ ਆਪਾਂ, ਉਹਨੂੰ ਆਪਾਂ F1 ਬੋਲਾਂਗੇ। ਇੱਥੇ ਕੀ ਆ, ਇਨਸੀਡੈਂਟ ਰੇਜ਼ ਆਫਟਰ ਰਿਫਰੈਕਸ਼ਨ ਹੋ ਗਈ meets on a principal axis and that point is known as F2। ਹੁਣ ਜੇਕਰ ਆਪਾਂ ਇਹੋ ਹੀ ਗੱਲ ਇੱਧਰ ਕਰੀਏ, ਇਸ ਲੈਂਸ ਦੇ ਕੇਸ ਦੇ ਵਿੱਚ ਕਰੀਏ, ਤਾਂ ਇਸ ਲੈਂਸ ਦੇ ਕੇਸ ਦੇ ਵਿੱਚ ਅਸੀਂ ਕਹੀਏ ਕਿ ਮੰਨ ਲਓ ਕਿ ਇੱਧਰੋਂ ਇਨਸੀਡੈਂਟ ਰੇ ਆ ਰਹੀਆਂ ਵਾ, 4 ਇਨਸੀਡੈਂਟ ਰੇਜ਼ ਜਿਹੜੀਆਂ ਕਿ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀਆਂ। ਹੁਣ ਸਾਨੂੰ ਇਹਨਾਂ ਦਾ ਕਿਰਦਾਰ ਪਤਾ ਸੀ, ਸਿੱਖਿਆ ਕਿ ਇਹ ਡਾਈਵਰਜ ਕਰ ਦਿੰਦਾ, ਇਸ ਤਰੀਕੇ ਨਾਲ ਆਉਣ ਵਾਲੀਆਂ ਰੇਜ਼ ਨੂੰ ਡਾਈਵਰਜ ਕਰ ਦਿੰਦਾ। ਇਹਦੇ ਵਿੱਚੋਂ ਜਦੋਂ ਰਿਫਰੈਕਸ਼ਨ ਹੋਏਗੀ ਤਾਂ ਜਿਹੜੀਆਂ ਰਿਫਰੈਕਟਡ ਕਿਰਨਾਂ ਨੇ ਉਹ ਡਾਈਵਰਜ ਹੋ ਜਾਣਗੀਆਂ, ਜਿਵੇਂ ਜਿਵੇਂ ਅੱਗੇ ਵਧਣਗੀਆਂ ਦੂਰ ਹੁੰਦੀਆਂ ਜਾਣਗੀਆਂ। ਹੁਣ ਇਹਦੇ ਬਾਰੇ ਲਿਖ ਲੈਣਾ ਥੋੜਾ ਜਿਹਾ ਕਿ F1 ਕੀ ਆ, ਇਹ ਪੁਆਇੰਟ ਔਨ ਪ੍ਰਿੰਸੀਪਲ ਐਕਸਿਸ ਸੱਚ ਦੈਟ ਇਨਸੀਡੈਂਟ ਰੇਜ਼ ਕਮਿੰਗ ਫਰੋਮ ਇਟ ਬਿਕਮ ਪੈਰਲਲ। ਇੱਧਰ ਕੀ ਬਣੇਗਾ, where incident ray after refraction meets at a point on principal axis called F2। ਮਤਲਬ ਇਹਨਾਂ ਦੋਨਾਂ ਲੈਂਸ ਦੇ ਕੇਸ ਦੇ ਵਿੱਚ ਇੱਕ F1 ਕਿਹਾ ਜਾਂਦਾ ਹੈ, F2 ਕਿਹਾ ਜਾਣਾ ਹੈ। F1 ਕਿਹਨੂੰ ਲੈਣਾ ਹੈ, ਜਿੱਥੋਂ ਆਉਣ ਵਾਲੀਆਂ ਇਨਸੀਡੈਂਟ ਰੇ ਜਿਹੜੀਆਂ ਵਾ ਰਿਫਰੈਕਟ ਹੋ ਕੇ ਪੈਰਲਲ ਹੋ ਜਾਣ, ਤੇ F2 ਕਿਹਨੂੰ ਕਿਹਾ ਜਾਣਾ ਵਾ, ਮਤਲਬ ਹੁਣ ਪਹਿਲਾਂ ਪੈਰਲਲ ਆ ਕੇ ਪੈਰਲਲ ਆਉਣ ਵਾਲੀਆਂ ਰੇਸ ਰਿਫਰੈਕਟ ਹੋ ਕੇ ਜਿਸ ਜਗ੍ਹਾ ਤੇ ਮਿਲਦੀਆਂ ਉਹਨੂੰ F2 ਕਿਹਾ ਜਾਣਾ। ਹੁਣ ਆਪਾਂ ਇੱਧਰ ਗੱਲ ਕਰਦੇ ਹਾਂ ਇਸ ਲੈਂਸ ਦੇ ਕੇਸ ਦੇ ਵਿੱਚ, ਮੰਨ ਲਓ ਕਿ ਸਾਡੇ ਕੋਲੋਂ ਰੇਜ਼ ਇਸ ਤਰ੍ਹਾਂ ਆ ਰਹੀਆਂ, ਹੁਣ ਜੇਕਰ ਰੇਜ਼ ਇਸ ਤਰ੍ਹਾਂ ਆਉਣਗੀਆਂ ਤਾਂ ਰਿਫਰੈਕਸ਼ਨ ਹੋ ਕੇ ਇਹ ਰੇਜ਼ ਜਿਹੜੀਆਂ ਵਾ ਇਹ ਪੈਰਲਲ ਹੋ ਜਾਣੀਆਂ। ਇਸ ਲੈਂਸ ਦੀ ਇਹ ਨੇਚਰ ਆ ਕਿ ਜਦੋਂ ਰੇਜ਼ ਇਸ ਤਰੀਕੇ ਨਾਲ ਆਉਣਗੀਆਂ ਤੇ ਇਹ ਰੇਜ਼ ਕੀ ਹੋ ਜਾਣੀਆਂ, ਪੈਰਲਲ ਹੋ ਜਾਣੀਆਂ। ਤੇ ਸਾਨੂੰ ਕੀ ਲੱਗੇਗਾ ਕਿ ਇਹ ਰੇਜ਼ ਕਿੱਥੇ ਜਾ ਰਹੀਆਂ ਨੇ, ਇਹ ਰੇਜ਼ ਸ਼ਾਇਦ ਇੱਕ ਪੁਆਇੰਟ ਤੇ ਮਿਲ ਰਹੀਆਂ ਨੇ। ਇਸ ਤਰੀਕੇ ਨਾਲ ਇਹ ਕੀ ਆ, ਇੱਕ ਪੁਆਇੰਟ ਤੇ ਮਿਲ ਰਹੀਆਂ ਨੇ, ਤੇ ਉਸ ਪੁਆਇੰਟ ਨੂੰ ਅਸੀਂ ਕੀ ਕਹਿਣਾ, F1। ਮਤਲਬ ਕਿ ਜਦੋਂ ਇਸ ਨੇਚਰ ਦੀਆਂ ਰੇਜ਼, ਕਿਉਂਕਿ ਅਸੀਂ ਪ੍ਰੋਬਲਮ ਦੇ ਵਿੱਚ ਅੱਗੇ ਦੇਖਣਾ ਹੈ ਕਿ ਜਦੋਂ ਇਸ ਨੇਚਰ ਦੀਆਂ ਰੇਜ਼ ਇਸ ਲੈਂਸ ਤੇ ਪੈਂਦੀਆਂ ਨੇ, ਕਨਕੇਵ ਲੈਂਸ ਤੇ ਪੈਂਦੀਆਂ ਨੇ, ਤੇ ਇਹ ਕਨਕੇਵ ਲੈਂਸ ਕੀ ਕਰਦਾ ਹੈ, ਉਹਨਾਂ ਰੇਜ਼ ਨੂੰ ਰਿਫਰੈਕਟ ਕਿਸ ਤਰ੍ਹਾਂ ਕਰਾਉਂਦਾ ਹੈ, ਪੈਰਲਲ ਕਰਵਾ ਦਿੰਦਾ ਹੈ, ਪੈਰਲਲ ਕਰਕੇ ਬਾਹਰ ਕੱਢਦਾ ਹੈ। ਤੇ ਹੁਣ ਅਸੀਂ ਇਸ ਕੇਸ ਦੇ ਵਿੱਚ ਕੀ ਕਹਿ ਰਹੇ ਹਾਂ, ਇਹਨੂੰ F1 ਕਹਿ ਰਹੇ ਹਾਂ ਕਿ ਦਾ ਇਨਸੀਡੈਂਟ ਰੇਜ਼ ਡਾਇਰੈਕਟਡ ਟੂਵਰਡਸ ਦਾ ਪੁਆਇੰਟ। ਕਿਹੜੇ ਪੁਆਇੰਟ ਵੱਲ, ਇਸ ਪੁਆਇੰਟ ਵੱਲ, F1। ਇਹ F1 ਵੱਲ ਡਾਇਰੈਕਟਡ ਕਰ ਰਿਹਾ ਹੈ। ਐਂਡ ਆਫਟਰ ਰਿਫਰੈਕਸ਼ਨ ਥੀਸ ਰੇਜ਼ ਬਿਕਮਸ ਪੈਰਲਲ। ਇਹ ਰੇਜ਼ ਕੀ ਹੋ ਜਾਂਦੀਆਂ ਨੇ, ਪੈਰਲਲ ਹੋ ਜਾਂਦੀਆਂ ਨੇ। ਸੋ ਇੱਧਰ ਫੋਕਸ 1 ਕੀ ਬਣਿਆ, ਫੋਕਸ 1 ਇਜ਼ ਦੈਟ ਪੁਆਇੰਟ ਔਨ ਦਾ ਪ੍ਰਿੰਸੀਪਲ ਐਕਸਿਸ ਸੱਚ ਦੈਟ incident rays directed to it become parallel। ਮਤਲਬ ਕਿ ਜਿਹੜੀਆਂ incident rays ਇਹਦੇ ਵੱਲ ਡਾਇਰੈਕਟ ਹੋ ਰਹੀਆਂ ਨੇ, ਮਤਲਬ ਉਹਦੀ ਡਾਇਰੈਕਸ਼ਨ ਇੱਧਰ ਨੂੰ ਆ, ਪਰ ਉਹ ਰਿਫਰੈਕਟ ਹੋ ਕੇ ਪੈਰਲਲ ਹੋ ਜਾਂਦੀਆਂ ਵਾ, ਤੇ ਇਹੋ ਜਿਹੇ ਫੋਕਸ ਨੂੰ ਅਸੀਂ ਕੀ ਬੋਲਦੇ ਹਾਂ, F1 ਬੋਲਾਂਗੇ। ਤੇ ਜੇ incident rays ਪਹਿਲਾਂ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀਆਂ ਨੇ, ਉਹ ਰਿਫਰੈਕਟ ਹੋ ਕੇ ਕਿਸ ਤਰ੍ਹਾਂ ਦਾ ਬਿਹੇਵ ਕਰਦੀਆਂ ਨੇ, ਉਹ ਰਿਫਰੈਕਟ ਹੋ ਕੇ ਡਾਈਵਰਸ ਬਿਹੇਵ ਕਰਦੀਆਂ ਨੇ, ਇਸ ਤਰੀਕੇ ਨਾਲ ਬਿਹੇਵ ਕਰਦੀਆਂ ਨੇ। ਹੁਣ ਜਦੋਂ ਅਸੀਂ ਇਹਨਾਂ ਨੂੰ ਪਿੱਛੇ ਕਿਸੇ ਇੱਕ ਪੁਆਇੰਟ ਤੇ ਮਿਲਾਵਾਂਗੇ, ਸਕੇਲ ਨਾਲ ਬਣਾਓਗੇ ਤੁਸੀਂ ਇਹਨੂੰ, ਤੇ ਸਾਨੂੰ ਕੀ ਲੱਗੇਗਾ ਕਿ ਜਿਸ ਪੁਆਇੰਟ ਦੇ ਉੱਪਰ, ਜਿਸ ਪੁਆਇੰਟ ਦੇ ਉੱਤੋਂ ਲੱਗਦਾ ਹੈ ਕਿ ਇਹ ਆ ਰਹੀਆਂ ਨੇ, ਕਿਉਂਕਿ ਜਦੋਂ ਅਸੀਂ ਇੱਧਰੋਂ ਦੇਖਾਂਗੇ ਸਾਨੂੰ ਲੱਗੇਗਾ ਕਿ ਇਹ ਇਸ ਪੁਆਇੰਟ ਤੋਂ ਆ ਰਹੀਆਂ ਨੇ, ਇਹਨੂੰ ਕੀ ਬੋਲਾਂਗੇ, F2 ਬੋਲਾਂਗੇ। ਸੋ ਇਹ ਆ ਸਾਡੇ F1 ਤੇ F2। ਜੇਕਰ ਚਵਾਂ ਕੇਸਿਸ ਨੂੰ ਅਸੀਂ ਕਨਕਲੂਡ ਕਰੀਏ ਤਾਂ ਸਾਡੇ ਕੋਲੋਂ ਜਿਹੜਾ ਰਿਜ਼ਲਟ ਬਣਦਾ ਹੈ ਉਹਦੇ 'ਚ ਇਹ ਬਣਦਾ ਹੈ ਕਿ F1 ਕੌਣ ਹੋਊਗਾ, F1 ਉਹ ਹੋਊਗਾ ਜਿੱਥੇ ਰਿਫਰੈਕਟਡ ਰੇ ਪੈਰਲਲ ਹੋ ਜਾਣ। ਇੱਥੇ ਕੀ ਆ, ਦੇਖੋ ਇਹ ਰਿਫਰੈਕਟਡ ਰੇਜ਼ ਆ, ਪੈਰਲਲ ਹੋ ਗਈਆਂ। ਇੱਥੇ ਕੀ ਆ, F1 ਇਹ ਆ, ਰਿਫਰੈਕਟਡ ਰੇਜ਼ ਪੈਰਲਲ ਹੋ ਗਈਆਂ, ਮਤਲਬ ਰਿਫਰੈਕਟਡ ਰੇਜ਼ ਪੈਰਲਲ।
ਤੇ F2 ਕੌਣ ਹੈ? ਜੇਕਰ ਇਸੇ ਤਰੀਕੇ ਨਾਲ ਹੀ ਅਸੀਂ ਕਨਕਲੂਡ ਕਰੀਏ ਤਾਂ F2 ਨੂੰ ਅਸੀਂ ਕੀ ਕਹਿ ਸਕਦੇ ਆ? ਇੰਸੀਡੈਂਟ ਰੇਜ਼ ਪੈਰਲਲ। ਇੰਸੀਡੈਂਟ ਰੇ ਪੈਰਲਲ। ਇਹ ਦੇਖੋ ਜਿਹੜੇ ਮੈਂ ਇਹ ਕਨਕਲੂਜ਼ਨ ਲਿਖੀ ਆ ਇਹ ਚਵਾਂ ਕੇਸਿਸ ਤੇ ਲੱਗ ਰਹੀ ਆ ਕਿ F1 ਕਿਹਨੂੰ ਕਿਹਾ ਜਾਣਾ? ਜਦੋਂ ਇਹ ਰਿਫਰੈਕਟਡ ਰੇਜ਼ ਪੈਰਲਲ ਆ ਤੇ ਪਿੱਛੋਂ ਜਿੱਥੋਂ ਆ ਰਹੀਆਂ ਵਾ, ਜਿਸ ਵੀ ਜਗ੍ਹਾ ਤੋਂ ਆ ਰਹੀਆਂ ਵਾ, ਉਹ ਕੀ ਹੋਏਗਾ? F1 ਹੋਏਗਾ। ਆਪਾਂ ਇੱਧਰ ਕਹੀਏ ਰਿਫਰੈਕਟਡ ਰੇਜ਼ ਪੈਰਲਲ ਆ, ਇੱਧਰ ਥੋੜੇ ਸਾਨੂੰ ਸ਼ਬਦ ਬਦਲਨੇ ਪੈਣੇ ਆ ਕਿਉਂਕਿ ਇਹ ਥੋੜਾ ਡਾਈਵਰਜਿੰਗ ਲੈਂਸ ਆ। ਆਪਾਂ ਕਹਿੰਦੇ ਆ ਕਿ ਪੈਰਲਲ ਆ ਤੇ ਇਹਦੇ ਵੱਲ ਇੰਸੀਡੈਂਟ ਰੇਜ਼ ਆ ਰਹੀਆਂ ਵਾ, ਮਤਲਬ ਇੱਥੇ ਆਪਾਂ ਕੀ ਕਵਾਂਗੇ? ਜਿਸ ਦੇ ਵੱਲ ਇੰਸੀਡੈਂਟ ਰੇਜ਼ ਆ ਰਹੀਆਂ ਵਾ ਤੇ ਜੇਕਰ ਉਹ ਰਿਫਰੈਕਟ ਹੋ ਕੇ ਪੈਰਲਲ ਹੋ ਜਾਂਦੀਆਂ ਵਾ ਤੇ ਜਿਸ ਪੁਆਇੰਟ ਵੱਲ ਆ ਰਹੀਆਂ ਵਾ ਉਹਨੂੰ ਆਪਾਂ ਕੀ ਕਹਿਣਾ ਵਾ? F1 ਕਹਿਣਾ ਵਾ। ਤੇ ਜੇ ਨੀਚੇ ਵਾਲੀ ਗੱਲ ਕਰੀਏ F2 ਕਿਹਨੂੰ ਕਹਿਣਾ ਵਾ? F2 ਦੀ ਕੀ ਖਾਸੀਅਤ ਆ ਕਿ ਇੰਸੀਡੈਂਟ ਰੇ ਪੈਰਲਲ ਹੁੰਦੀਆਂ। ਜੇਕਰ ਦੇਖੋ ਇੱਧਰ ਇੰਸੀਡੈਂਟ ਰੇਜ਼ ਪੈਰਲਲ ਆ ਤੇ ਰਿਫਰੈਕਟ ਹੋ ਕੇ ਜਿਸ ਜਗ੍ਹਾ ਤੇ ਮਿਲੀਆਂ ਉਹ ਕੀ ਆ? F2 ਆ। ਤੇ ਇੱਧਰ ਇੰਸੀਡੈਂਟ ਰੇਜ਼ ਪੈਰਲਲ ਆ, ਇਹ ਰਿਫਰੈਕਟ ਹੋ ਕੇ ਡਾਈਵਰਜਿੰਗ ਹੋ ਗਈਆਂ, ਖਿਲਰ ਗਈਆਂ, ਪਰ ਜਦੋਂ ਇੱਧਰੋਂ ਦੇਖਿਆ ਸਾਨੂੰ ਲੱਗਾ ਕਿ ਇਹ ਇੱਥੋਂ ਆ ਰਿਹਾ, ਸਾਨੂੰ ਇਹਨੂੰ F2 ਕਿਹਾ ਜਾਣਾ। ਸੋ ਇਹ ਲੌਜਿਕ ਆ F1 ਤੇ F2 ਦੇ। 10th ਕਲਾਸ ਦੇ ਵਿੱਚ ਸਾਨੂੰ ਇਹਨਾਂ ਨੇ ਬਹੁਤਾ ਜ਼ਿਆਦਾ ਤੰਗ ਨਹੀਂ ਕਰਨਾ, ਤੁਸੀਂ ਕੋਈ ਵੀ ਫੋਕਸ ਵਰਤ ਸਕਦੇ ਜੋ, ਪਰ ਬੇਸਿਕਲੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਰ ਇੱਕ ਲੈਂਸ ਦੇ ਦੋ ਫੋਕਸ ਹੁੰਦੇ ਨੇ, F1 ਤੇ F2, ਤੇ ਅਸੀਂ ਕਿਹਨੂੰ F1 ਕਹਿਣਾ ਵਾ ਜਾਂ ਕਿਹਨੂੰ F2 ਕਹਿਣਾ ਵਾ, ਇਹ ਚੀਜ਼ ਦੀ ਜਾਣਕਾਰੀ ਸਾਨੂੰ ਹੋਣੀ ਬਹੁਤ ਜ਼ਰੂਰੀ ਆ। ਸੋ ਇੱਕ ਗੱਲ ਦਾ ਥੋੜ੍ਹਾ ਜਿਹਾ ਧਿਆਨ ਰੱਖਣਾ, ਭਾਵੇਂ ਵੀਡੀਓ ਨੂੰ 2 ਵਾਰੀ ਵੇਖੋ ਜਾਂ 3 ਵਾਰੀ ਵੇਖੋ, ਪਰ ਜਿਹੜੇ ਮੈਂ ਕਨਸੈਪਟ ਦੱਸੇ ਆ ਥੋੜ੍ਹਾ ਜਿਹਾ ਕਨਫਿਊਜ਼ਿੰਗ ਤੇ ਹੈ ਕਿਉਂਕਿ ਪਹਿਲਾਂ ਅਸੀਂ ਮਿਰਰ ਦੇ ਕੇਸ ਵਿੱਚ ਹੋਰ ਕੋਈ ਗੱਲ ਕਰਦੇ ਪਏ ਸੀ, ਪਰ ਹੁਣ ਕਨਵੈਕਸ ਦੇ ਲੈਂਸ ਵਿੱਚ ਹੋਰ ਗੱਲ ਕਰਦੇ ਪਏ ਆ। ਜਿਵੇਂ ਕਿ ਅਸੀਂ ਪਹਿਲੇ ਕੇਸ ਦੇ ਵਿੱਚ ਕਿਹਾ ਸੀ ਕਿ ਕਨਕੇਵ ਮਿਰਰ ਕਨਵਰਜਿੰਗ ਆ, ਤੇ ਅੱਜ ਕੀ ਕਹਿ ਤਾ? ਕਨਵੈਕਸ ਲੈਂਸ ਕਨਵਰਜਿੰਗ ਆ। ਤੇ ਬਿਨਾਂ ਪ੍ਰੈਕਟਿਸ ਦੇ ਤੁਹਾਨੂੰ ਹਮੇਸ਼ਾ ਹੀ ਇਹ ਭੁਲੇਖਾ ਬਣਿਆ ਰਹਿਣਾ ਵਾ ਕਿ ਕਿਹੜਾ ਲੈਂਸ ਸੀ ਤੇ ਕਿਹੜਾ ਮਿਰਰ ਕਨਵਰਜਿੰਗ ਸੀ। ਸੋ ਇਹਨੂੰ ਬੜੇ ਧਿਆਨ ਨਾਲ ਦੇਖਣਾ ਵਾ। ਮੈਂ ਤਾਂ ਹੀ ਕਰਕੇ ਇੱਥੇ ਵੀ ਚਵੇਂ ਕੇਸ F1 ਤੇ F2 ਨੂੰ ਸਮਝਾਉਣ ਲਈ ਚਵੇਂ ਹੀ ਕੇਸ ਬਣਾਤੇ ਆ ਕਿ ਕੋਈ ਤੁਹਾਨੂੰ ਕਨਫਿਊਜ਼ਨ ਨਾ ਰਵੇ, ਤੇ ਸਾਰਿਆਂ ਦਾ ਇੱਕ ਕਾਮਨ ਰਿਜ਼ਲਟ ਕੱਢ ਕੇ ਰੱਖ ਦਿੱਤਾ ਇੱਥੇ ਕਿ ਇਹ ਵਾਲਾ ਰਿਜ਼ਲਟ ਆ। ਪੰਜਾਬੀ ਦੇ ਵਿੱਚ ਜੇਕਰ ਮੈਂ ਇਸੇ ਚੀਜ਼ ਨੂੰ ਇੱਕ ਵਾਰੀ ਰਿਵਾਈਜ਼ ਕਰਾਂ ਤੇ ਇਸ ਕੇਸ ਦੇ ਵਿੱਚ ਆਪਾਂ ਕੀ ਕਿਹਾ ਵਾ? ਕਿਹੜੇ ਫੋਕਸ ਨੂੰ F1 ਕਹਿਣਾ ਵਾ? ਜਿੱਥੋਂ ਆਉਣ ਵਾਲੀਆਂ ਇੰਸੀਡੈਂਟ ਰੇ, ਜਿੱਥੋਂ ਆਉਣ ਵਾਲੀਆਂ ਜਿਹੜੀਆਂ ਕਿਰਨਾਂ ਵਾ ਜਿਹੜੀਆਂ ਲੈਂਸ ਤੇ ਪੈ ਰਹੀਆਂ, ਉਹ ਇਹਦੇ ਵਿੱਚੋਂ ਅਪਵਰਤਿਤ ਹੋ ਕੇ, ਮਤਲਬ ਰਿਫਰੈਕਟ ਹੋ ਕੇ ਬਾਹਰ ਨਿਕਲਦੀਆਂ, ਜਦੋਂ ਟਰਾਂਸਮਿਟ ਹੋ ਕੇ ਬਾਹਰ ਨਿਕਲਦੀਆਂ ਉਹ ਪੈਰਲਲ ਹੋ ਜਾਂਦੀਆਂ। ਤੇ ਇੱਥੇ ਆਪਾਂ ਕੀ ਕਹਿੰਦੇ ਆ ਕਿ ਜਿਹੜੀਆਂ ਇੰਸੀਡੈਂਟ ਪ੍ਰਕਾਸ਼ ਦੀਆਂ ਕਿਰਨਾਂ ਵਾ, ਆਉਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਜਿਸ ਪੁਆਇੰਟ ਵੱਲ ਲੱਗਦਾ ਜਾ ਰਹੀਆਂ ਵਾ, ਸ਼ਰਤ ਕੀ ਆ ਕਿ ਰਿਫਰੈਕਸ਼ਨ ਦੇ ਵਿੱਚ ਜਦੋਂ ਇਹ ਰੋਸ਼ਨੀ ਬਾਹਰ ਨਿਕਲਣੀ ਆ ਉਹ ਪੈਰਲਲ ਹੋਵੇ। ਤੇ ਹੁਣ ਜਿਸ ਪੁਆਇੰਟ ਦੇ ਵੱਲ ਇਹ ਜਾ ਰਹੀਆਂ ਵਾ ਉਹਨੂੰ ਆਪਾਂ F1 ਕਹਿਣਾ ਵਾ। ਇਸ ਕੇਸ ਦੇ ਵਿੱਚ ਆਪਾਂ ਕੀ ਕਹਿ ਰਹੇ ਹਾਂ ਕਿ ਇੰਸੀਡੈਂਟ ਰੇ, ਆਉਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਇਸ ਲੈਂਸ ਦੇ ਵਿੱਚੋਂ ਗੁਜ਼ਰ ਕੇ ਜਦੋਂ ਬਾਹਰ ਆਉਂਦੀਆਂ ਵਾ ਤੇ ਉਹ ਪ੍ਰਿੰਸੀਪਲ ਐਕਸਿਸ ਨੂੰ, ਮੁੱਖ ਧੁਰੇ ਨੂੰ ਜਿਸ ਜਗ੍ਹਾ ਤੇ ਮਿਲਦੀਆਂ ਵਾ ਉਹਨੂੰ F2 ਕਹਿਣਾ ਵਾ। ਤੇ ਇੱਧਰ ਆਪਾਂ ਕੀ ਕਹਿ ਰਹੇ ਹਾਂ? ਆਉਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਕਿ ਪੈਰਲਲ ਆ ਰਹੀਆਂ ਵਾ, ਉਹ ਜਦੋਂ ਇਸ ਲੈਂਸ ਦੇ ਵਿੱਚੋਂ ਨਿਕਲਦੀਆਂ ਵਾ ਤੇ ਉਹ ਆ ਰੈੱਡ ਲਾਈਨ ਬਣ ਜਾਂਦੀਆਂ ਵਾ, ਲਾਲ ਲਾਈਨਾਂ ਬਣ ਜਾਂਦੀਆਂ ਵਾ, ਰਿਫਰੈਕਟਡ ਕਿਰਨਾਂ ਬਣ ਜਾਂਦੀਆਂ ਵਾ। ਪਰ ਜਦੋਂ ਅਸੀਂ ਇੱਧਰੋਂ ਦੇਖਦੇ ਹਾਂ ਤੇ ਸਾਨੂੰ ਲੱਗਦਾ ਕਿ ਇਹ ਪੈਰਲਲ ਲਾਈਨ, ਇਹ ਜਿਹੜੀਆਂ ਰਿਫਰੈਕਟਡ ਰੇਜ਼ ਆ ਇਹ ਕਿੱਥੋਂ ਆ ਰਹੀਆਂ? ਸ਼ਾਇਦ ਇੱਧਰੋਂ ਆ ਰਹੀਆਂ। ਤੇ ਥੋੜ੍ਹਾ ਜਿਹਾ ਧਿਆਨ ਨਾਲ ਦੇਖੋ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਕਨਕਲੂਜ਼ਨ ਕੀ ਬਣਦੀ ਪਈ ਆ? F1 ਕਿਹਨੂੰ ਕਹਿਣਾ? ਜਦੋਂ ਰਿਫਰੈਕਟਡ ਰੇਜ਼ ਪੈਰਲਲ ਹੋ ਜਾਣ। ਰਿਫਰੈਕਟਡ ਰੇ ਪੈਰਲਲ ਇੱਥੇ ਹੋ ਗਈਆਂ ਤੇ ਇੱਥੇ ਵੀ ਹੋ ਗਈਆਂ। F2 ਕਿਹਨੂੰ ਕਹਿਣਾ? ਜਦੋਂ ਇੰਸੀਡੈਂਟ ਰੇਜ਼ ਪੈਰਲਲ ਹੋਣ ਤੇ ਰਿਫਰੈਕਟਡ ਰੇਜ਼ ਜਿੱਥੇ ਜਾ ਕੇ ਮਿਲਦੀਆਂ। ਇੰਸੀਡੈਂਟ ਰੇਜ਼ ਪੈਰਲਲ ਆ, ਰਿਫਰੈਕਟਡ ਰੇਜ਼ ਇੱਥੇ ਆਣ ਕੇ ਮਿਲੀਆਂ। ਇੱਥੇ ਆਪਾਂ ਕਹਿੰਦੇ ਆ ਅਪੀਅਰਸ ਟੂ ਬੀ ਕਮ ਫਰੋਮ, ਜਿਵੇਂ ਮੈਂ ਪਹਿਲੇ ਦਿਨ ਹੀ ਕਿਹਾ ਕਿ ਇੰਸੀਡੈਂਟ ਰੇਜ਼ ਪੈਰਲਲ ਆ ਕਿਉਂਕਿ ਇਹ ਲੈਂਸ ਕਿਰਨਾਂ ਨੂੰ ਖਿਲਾਰ ਦਿੰਦਾ ਵਾ, ਪਰ ਇੱਧਰੋਂ ਦੇਖਣ ਤੇ ਇਹ ਲੱਗਦਾ ਵਾ ਕਿ ਇੱਥੋਂ ਆ ਰਹੀਆਂ ਵਾ। ਅਪੀਅਰਸ ਟੂ ਬੀ ਕਮ ਫਰੋਮ ਦਿਸ ਪੁਆਇੰਟ and this point is known as F2, matlab the incident rays which are parallel to the principal axis, after refraction it appears to be come from a single point, that point is known as F2. so ਇਹ ਸੀ ਸਾਡੀ ਫੋਕਲ ਲੈਂਥ ਦੇ ਬਾਰੇ ਕਿ F1 ਕੀ ਆ, F2 ਕਿਹਨੂੰ ਕਹਿੰਦੇ ਆ।
ਤੇ 10th ਕਲਾਸ ਦੇ ਵਿੱਚ ਜ਼ਿਆਦਾ ਜ਼ਰੂਰਤ ਨਹੀਂ ਆ, ਪਰ ਇਹਨੂੰ ਸਿੱਖੋ ਜ਼ਰੂਰ। ਮੈਂ ਇਹ ਗੱਲ ਕਹਿੰਦਾ ਕਿ ਇਹਨੂੰ ਸਿੱਖ ਜ਼ਰੂਰ ਲਓ। ਹੁਣ ਅਸੀਂ ਲੈਂਸ ਦੇ ਕੇਸ ਵਿੱਚ ਕੁਝ ਹੋਰ ਗੱਲਾਂ ਸਿੱਖਦੇ ਹਾਂ ਜਿਹੜੀਆਂ ਕਿ ਸਾਡੀ ਇਮੇਜ ਫਾਰਮੇਸ਼ਨ ਦੇ ਕੰਮ ਆਉਣੀਆਂ ਨੇ। ਮੈਂ ਦੋਨੋਂ ਸਾਈਡ ਤੇ ਦੋਨੋਂ ਹੀ ਲੈਂਸ ਬਣਾ ਲੈਣਾ ਕਿ ਮੰਨ ਲਓ ਇੱਧਰ ਕੀ ਆ, ਕਨਵੈਕਸ ਲੈਂਸ ਆ, ਥੋੜਾ ਜਿਹਾ ਛੋਟਾ ਬਣਾ ਲੈਣਾ। ਇੱਧਰ ਕੀ ਆ, ਕਨਕੇਵ ਲੈਂਸ ਆ। ਦੋਨਾਂ ਹੀ ਕੇਸਿਸ ਦੇ ਵਿੱਚ ਜਿਹੜੇ ਪੰਜਾਬੀ ਮੀਡੀਅਮ ਦੇ ਬੱਚੇ ਆ ਇੱਕ ਵਾਰੀ ਯਾਦ ਰੱਖ ਲੈਣ ਕਿ ਕਨਵੈਕਸ ਕਿਹਨੂੰ ਕਹਿ ਰਿਹਾ ਵਾਂ, ਉੱਤਲ ਲੈਂਸ ਨੂੰ ਕਹਿ ਰਿਹਾ ਵਾਂ, ਤੇ ਕਨਕੇਵ ਕਿਹਨੂੰ ਕਹਿ ਰਿਹਾ ਵਾਂ, ਅਵਤਲ ਨੂੰ ਕਹਿ ਰਿਹਾ ਵਾਂ। ਇਸ ਵਾਰੀ ਮੈਂ ਪੰਜਾਬੀ 'ਚ ਲਿਖ ਦਿੰਦਾ, ਉੱਤਲ ਮਤਲਬ ਕਨਵੈਕਸ ਤੇ ਕਨਕੇਵ ਦਾ ਮਤਲਬ ਅਵਤਲ। ਤੇ ਇੱਕ ਦੋਨਾਂ 'ਚੋਂ ਪ੍ਰਿੰਸੀਪਲ ਐਕਸਿਸ ਜਾ ਰਹੀ ਆ। ਸਾਡੇ ਰੂਲ ਦੋਨਾਂ ਦੇ ਉੱਤੇ ਹੀ ਰਹਿਣਗੇ, ਮੈਂ ਲਿਖਾਂਗਾ ਨਹੀਂ, ਤੁਸੀਂ ਨੋਟ ਕਰ ਲੈਣਾ। ਜਿਹੜੀ ਐਕਸਿਸ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਏਗੀ ਉਹ ਰਿਫਰੈਕਟ ਹੋ ਕੇ ਜਿਸ ਪੁਆਇੰਟ ਤੇ ਮਿਲੇਗੀ ਉਹਨੂੰ ਫੋਕਸ ਕਵਾਂਗੇ। ਤੇ ਸਾਡਾ ਇੱਥੇ ਨਿਯਮ ਇਹ ਬਣਨਾ ਵਾ ਕਿ ਹਰੇਕ ਇਨਸੀਡੈਂਟ ਰੇ ਜਿਹੜੀ ਕਿ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਣੀ ਆ, ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਣੀ ਆ, ਉਹ ਰਿਫਰੈਕਟ ਹੋ ਕੇ ਪ੍ਰਿੰਸੀਪਲ ਐਕਸਿਸ ਨੂੰ ਫੋਕਸ ਤੇ ਮਿਲਣੀ ਆ। ਇੱਧਰ ਆਪਾਂ ਕੀ ਕਹਿਣਾ, ਇੱਧਰ ਆਪਾਂ ਇਸੇ ਚੀਜ਼ ਨੂੰ ਇਦਾਂ ਕਹਿਣਾ ਵਾ ਕਿ ਇੱਥੋਂ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਈ, ਇਹ ਹੁਣ ਰਿਫਰੈਕਟ ਹੋ ਕੇ ਕੀ ਕਰਦਾ ਵਾ, ਇਹ ਰਿਫਰੈਕਟ ਹੋ ਕੇ ਉੱਪਰ ਨੂੰ ਜਾਏਗੀ। ਇਸ ਕੇਸ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਆ ਕਿ ਇਧਰੋਂ ਦੇਖਣ ਤੇ ਇਹ ਲੱਗਦਾ ਹੈ ਕਿ ਕਿੱਥੋਂ ਆ ਰਹੀ ਹੈ, ਇਹ ਕਿਤੋਂ ਲੱਗਦਾ ਹੈ ਕਿ ਇਧਰੋਂ ਆ ਰਹੀ ਹੈ। ਆਪਾਂ ਇੱਥੇ ਇਹਨੂੰ ਫੋਕਸ ਕਹਿਣਾ ਵਾ। ਸੋ ਪਹਿਲੀ ਗੱਲ ਕਲੀਅਰ ਹੋ ਗਈ ਕਿ ਜਿਹੜੀ ਵੀ ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਤੇ ਪੈਰਲਲ ਆਉਣੀ ਉਹਨੇ ਕਿੱਦਾਂ ਦਾ ਬਿਹੇਵ ਕਰਨਾ। ਇਸ ਐਕਸਿਸ ਦੇ ਵਿੱਚ ਉਹਨੇ ਪਾਸ ਹੋ ਕੇ ਪ੍ਰਿੰਸੀਪਲ ਐਕਸਿਸ ਨੂੰ ਮਿਲਣਾ, ਇਸ ਕੇਸ ਦੇ ਵਿੱਚ ਪਾਸ ਹੋ ਕੇ ਉਹਨੇ ਪ੍ਰਿੰਸੀਪਲ ਐਕਸਿਸ ਤੋਂ ਦੂਰ ਜਾਣਾ। ਤੇ ਆਪਾਂ ਜਿਹੜਾ ਰੂਲ ਬਣਾਇਆ ਹੋਇਆ ਵਾ ਕਿ ਜਿਹੜੀ ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੋਏਗੀ ਉਹ ਨਿਕਲ ਕੇ ਬਾਹਰ ਨਿਕਲ ਕੇ ਪ੍ਰਿੰਸੀਪਲ ਐਕਸਿਸ ਨੂੰ ਜਿੱਥੇ ਮਿਲੇਗੀ ਉਹਨੂੰ ਫੋਕਸ ਕਵਾਂਗੇ। ਉਹ ਇੱਧਰ ਤੇ ਪੂਰਾ ਟੁਕਦਾ ਵਾ, ਲੱਗਦਾ ਵਾ। ਤੇ ਇੱਧਰ ਕੀ ਆ, ਇੱਧਰ ਥੋੜਾ ਜਿਹਾ ਚੇਂਜ ਕਰਨੀ ਪੈਣੀ ਸਾਨੂੰ ਸਟੇਟਮੈਂਟ। ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਂਦੀ ਆ, ਉਹ ਕੀ ਆ, ਰਿਫਰੈਕਟ ਹੋ ਕੇ ਮਤਲਬ ਸਮਾਂਤਰ ਆਉਂਦੀ ਆ, ਉਹ ਵਿੱਚੋਂ ਪਾਸ ਹੋ ਕੇ ਡਾਈਵਰਜ ਹੁੰਦੀ ਆ, ਮਤਲਬ ਉੱਪਰ ਨੂੰ ਜਾਂਦੀ ਆ। ਤੇ ਜਦੋਂ ਅਸੀਂ ਇਧਰੋਂ ਦੇਖਾਂਗੇ ਤੇ ਸਾਨੂੰ ਲੱਗੇਗਾ ਕਿ ਉਹ ਰੇ ਕਿੱਥੋਂ ਆ ਰਹੀ ਆ, ਫੋਕਸ ਚੋਂ ਆ ਰਹੀ ਆ। ਇੱਥੇ ਅਸੀਂ ਇਹ ਗੱਲ ਕਹਿਣੀ ਆ। ਇਸ ਲੈਂਸ ਦੇ ਵਿੱਚ ਦੂਸਰਾ ਕੇਸ ਕੀ ਆ ਕਿ ਮੰਨ ਲਓ ਇਹ ਕਨਵੈਕਸ ਲੈਂਸ ਆ ਤੇ ਜਿਹੜੀ ਰੇ ਬਿਲਕੁਲ ਆਪਟੀਕਲ ਸੈਂਟਰ ਦੇ ਵੱਲ ਹੋਏਗੀ, ਇਸ ਉਹ ਦੇ ਵੱਲ ਹੋਏਗੀ, ਉਹ ਆਪਣਾ ਰਸਤਾ ਨਹੀਂ ਬਦਲੇਗੀ, ਉਹ ਬਿਲਕੁਲ ਉਸੇ ਰਸਤੇ 'ਚ ਜਾਏਗੀ। ਮਤਲਬ ਜਿਹੜੀ ਇਨਸੀਡੈਂਟ ਰੇ ਦੀ ਡਾਇਰੈਕਸ਼ਨ ਇਸ ਪ੍ਰਕਾਸ਼ ਦੇ ਕੇਂਦਰ ਵੱਲ ਆ, ਆਪਟੀਕਲ ਸੈਂਟਰ ਦੇ ਵੱਲ ਵਾ, ਉਹ ਰੇ ਨੇ ਬਿਲਕੁਲ ਵੀ ਆਪਣਾ ਰਸਤਾ ਚੇਂਜ ਨਹੀਂ ਕਰਨਾ, ਉਹ ਰੇ ਨੇ ਸਿੱਧੀ ਨਿਕਲ ਜਾਣਾ। ਭਾਵੇਂ ਮੈਂ ਇਧਰੋਂ ਦੀ ਬਣਾ ਲੈਣਾ ਕਿ ਮੰਨ ਲਓ ਕਿ ਇਹ ਆ ਰਹੀ ਆ ਆਪਟੀਕਲ ਸੈਂਟਰ ਦੇ ਵੱਲ, ਇਹਨੇ ਵੀ ਸਿੱਧੀ ਲੰਘ ਜਾਣਾ, ਮਤਲਬ ਇਹਦੇ ਤੇ ਕੋਈ ਅਸਰ ਨਹੀਂ ਹੋਣਾ। ਹੁਣ ਜੇ ਕਹੀਏ ਕਿ ਕੋਈ ਰੇ ਆ ਰਹੀ ਆ ਉਹ ਬਿਲਕੁਲ ਪ੍ਰਿੰਸੀਪਲ ਐਕਸਿਸ ਦੇ ਉੱਪਰ ਆ ਰਹੀ ਆ, ਤੇ ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਉੱਪਰ ਆ ਰਹੀ ਆ ਆਪਟੀਕਲ ਸੈਂਟਰ ਦੇ ਵਿੱਚੋਂ ਬਿਲਕੁਲ ਸਿੱਧੀ ਨਿਕਲ ਜਾਏਗੀ। ਕਿ ਮਤਲਬ ਕਿ ਇੱਥੇ ਆਪਣਾ ਰੂਲ ਕੀ ਬਣਿਆ ਕਿ ਜਿਹੜੀ ਇਨਸੀਡੈਂਟ ਰੇ ਆਪਟੀਕਲ ਸੈਂਟਰ ਦੇ ਵੱਲ ਹੋਏਗੀ, ਜਾਏਗੀ, ਉਹ ਬਿਲਕੁਲ ਬਿਨਾਂ ਕਿਸੇ ਪਾਸੇ ਮੁੜੇ, ਮਤਲਬ ਕਹਿ ਦਈਏ ਕਿ ਉਹਦੇ ਤੇ ਰਿਫਰੈਕਸ਼ਨ ਦਾ ਕੋਈ ਪ੍ਰਭਾਵ ਹੀ ਨਹੀਂ ਆ, ਉਹ ਉਸੇ ਤਰੀਕੇ ਨਾਲ ਹੀ ਸਿੱਧੀ ਨਿਕਲ ਜਾਏਗੀ। ਇਹ ਐਕਸਪੈਰੀਮੈਂਟਲੀ ਪ੍ਰੂਫ ਆ। ਤੇ ਇਸ ਕੇਸ ਦੇ ਵਿੱਚ ਵੀ ਆਪਾਂ ਉਦਾਂ ਹੀ ਕਵਾਂਗੇ ਕਿ ਮੰਨ ਲਓ ਕਿ ਇੱਕ ਸਾਡੇ ਕੋਲੋਂ ਕੀ ਆ, ਅਵਤਲ ਲੈਂਸ ਆ, ਇਹ ਉਹਦੀ ਪ੍ਰਿੰਸੀਪਲ ਐਕਸਿਸ ਆ, ਤੇ ਇਹਦਾ ਆਪਟੀਕਲ ਸੈਂਟਰ ਕੀ ਆ, ਇਹਦਾ ਆਪਟੀਕਲ ਸੈਂਟਰ ਇੱਥੇ ਆ। ਕੋਈ ਰੇ ਜਿਹੜੀ ਆਪਟੀਕਲ ਸੈਂਟਰ ਵੱਲ ਆ ਰਹੀ ਆ ਉਹ ਉਸੇ ਤਰੀਕੇ ਨਾਲ ਨਿਕਲ ਜਾਏਗੀ। ਇਹ ਦੋਨੋਂ ਪਾਸੇ ਰੂਲ ਐਪਲੀਕੇਬਲ ਹੋਏਗਾ। ਤੀਸਰਾ ਸਾਡੇ ਕੋਲੋਂ ਕੀ ਰੂਲ ਬਣੇਗਾ ਕਿ ਮੰਨ ਲਓ ਜਿਹੜੀ ਇਨਸੀਡੈਂਟ ਰੇ ਪਹਿਲਾਂ ਫੋਕਸ ਦੇ ਵਿੱਚੋਂ ਹੋ ਕੇ ਆਏਗੀ, ਮੰਨ ਲਓ ਇਹ ਪਹਿਲਾਂ ਫੋਕਸ ਚੋਂ ਹੋ ਕੇ ਆ ਗਈ, ਇਹ ਰਿਫਰੈਕਟ ਹੋ ਕੇ ਕੀ ਹੋ ਜਾਏਗਾ, ਰਿਫਰੈਕਟ ਹੋ ਕੇ ਪੈਰਲਲ ਹੋ ਜਾਏਗੀ। ਇੱਥੇ ਆਪਾਂ ਕੀ ਕਿਹਾ ਸੀ, ਜਿਹੜੀ ਇਨਸੀਡੈਂਟ ਰੇ ਪਹਿਲਾਂ ਪੈਰਲਲ ਆ ਉਹ ਰਿਫਰੈਕਟ ਹੋ ਕੇ ਫੋਕਸ ਤੇ ਮਿਲੇਗੀ। ਇੱਥੇ ਆਪਾਂ ਕੀ ਕਹਿ ਰਹੇ ਹਾਂ ਕਿ ਜਿਹੜੀ ਇਨਸੀਡੈਂਟ ਰੇ ਪਹਿਲਾਂ ਫੋਕਸ ਦੇ ਵਿੱਚੋਂ ਹੋ ਕੇ ਜਾ ਰਹੀ ਆ ਉਹ ਰਿਫਰੈਕਟ ਹੋ ਕੇ ਪਾਸ ਹੋ ਕੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੋ ਜਾਏਗੀ। ਉਹ ਇੱਥੇ ਆਪਾਂ ਕੀ ਕਵਾਂਗੇ ਕਿ ਮੰਨ ਲਓ ਇਹ ਇੱਕ ਕਨਕੇਵ ਲੈਂਸ ਆ ਤੇ ਇਹਦਾ ਕੋਈ ਫੋਕਸ ਆ। ਇੱਥੇ ਆਪਾਂ ਕਹਿੰਦੇ ਆ ਕਿ ਜਿਹੜੀ
ਇਨਸੀਡੈਂਟ ਰੇ ਇੱਦਾਂ ਲੱਗਦਾ ਏ ਕਿ ਫੋਕਸ ਵੱਲ ਜਾ ਰਹੀ ਹੈ, ਉਹ ਰਿਫਰੈਕਟ ਹੋ ਕੇ ਕੀ ਕਰੇਗੀ, ਰਿਫਰੈਕਟ ਹੋ ਕੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਬਾਹਰ ਨਿਕਲੇਗੀ। ਸਾਨੂੰ ਇਹ ਇਨਸੀਡੈਂਟ ਰੇ ਲੱਗਦੀ ਆ ਕਿ ਇੱਧਰ ਨੂੰ ਜਾ ਰਹੀ ਆ, ਪਰ ਜਦੋਂ ਇਹ ਇਨਸੀਡੈਂਟ ਰੇ ਇਸ ਲੈਂਸ ਦੇ ਵਿੱਚੋਂ ਬਾਹਰ ਨਿਕਲੇਗੀ ਨਾ, ਉਹ ਬਿਲਕੁਲ ਕੀ ਲੱਗੇਗੀ, ਪੈਰਲਲ ਬਣੇਗੀ ਪ੍ਰਿੰਸੀਪਲ ਐਕਸਿਸ ਦੇ। ਸੋ ਇਹਦੇ 'ਚ ਸਾਡੇ ਕੋਲ ਕੁਝ ਹੋਰ ਵੀ ਰੂਲਸ ਨੇ, ਪਰ ਅਜੇ ਅਸੀਂ ਬੇਸਿਕ ਹੀ ਸਿੱਖੇ ਨੇ। ਇੱਕ ਵਾਰੀ ਥੋੜ੍ਹਾ ਜਿਹਾ ਅਸੀਂ NCERT ਦੇ ਮੁਤਾਬਕ ਸਿਲੇਬਸ ਨੂੰ ਖਤਮ ਕਰ ਲਈਏ, ਫਿਰ ਇਹਦੀ ਅਸੀਂ ਥੋੜ੍ਹਾ ਜਿਹਾ ਡੂੰਘਾਈ ਦੇ ਨਾਲ ਹੋਰ ਵੀ ਸਟੱਡੀ ਕਰਾਂਗੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਅਸੀਂ ਇਹਦੇ 'ਚ ਕਾਫੀ ਕੁਝ ਨਵਾਂ ਸਿੱਖਾਂਗੇ ਕਿ ਰੀਅਲ ਡੈਪਥ ਕੀ ਹੁੰਦੀ ਆ, ਐਪਰੈਂਟ ਡੈਪਥ ਕੀ ਹੁੰਦੀ ਆ, ਜੇਕਰ ਪਾਣੀ ਦੇ ਵਿੱਚ ਕੋਈ ਮੱਛੀ ਹੋਵੇ ਅਤੇ ਉਹ ਬਾਹਰ ਕਿਸੇ ਜਾਨਵਰ ਨੂੰ ਦੇਖ ਰਹੀ ਹੋਵੇ ਤਾਂ ਕੀ ਉਹ ਮੱਛੀ ਨੂੰ ਉਹ ਜਾਨਵਰ ਜਾਂ ਉਹ ਪੰਛੀ ਉਸੇ ਜਗ੍ਹਾ 'ਤੇ ਦਿਖਦਾ ਹੈ ਜਿਸ ਜਗ੍ਹਾ 'ਤੇ ਉਹ ਹੁੰਦਾ ਹੈ, ਜਾਂ ਫਿਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਪਾਣੀ 'ਚ ਪਈ ਹੋਈ ਸੋਟੀ ਮੁੜੀ ਹੋਈ ਕਿਉਂ ਪ੍ਰਤੀਤ ਹੁੰਦੀ ਆ। ਜੇਕਰ ਅਸੀਂ ਕਹੀਏ ਕਿ ਜੇਕਰ ਅਸੀਂ ਪਾਣੀ ਦੇ ਵਿੱਚ ਪਏ ਹੋਏ ਸਿੱਕੇ ਨੂੰ ਸਾਈਡ ਤੋਂ ਹੋ ਕੇ ਵੇਖੀਏ ਤੇ ਉਹ ਸਿੱਕਾ ਸਾਨੂੰ ਥੋੜ੍ਹਾ ਜਿਹਾ ਉੱਭਰਿਆ ਹੋਇਆ ਪ੍ਰਤੀਤ ਹੁੰਦਾ ਵਾ। ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਕੋਲ ਰਿਫਰੈਕਸ਼ਨ 'ਚ ਫਿਨੋਮੇਨੇ ਆ। ਜਿਵੇਂ ਅਸੀਂ ਹੋਰ ਗੱਲ ਕਰੀਏ, ਤਾਰੇ ਟਿਮਟਮਾਉਂਦੇ ਕਿਉਂ ਆ, ਸਵੇਰ ਵੇਲੇ ਤੇ ਸ਼ਾਮ ਵੇਲੇ ਜਿਹੜਾ ਅਸਮਾਨ ਦਾ ਰੰਗ ਜ਼ਿਆਦਾ ਲਾਲਗੀ 'ਚ ਕਿਉਂ ਹੁੰਦਾ, ਜਾਂ ਅਸੀਂ ਕਹੀਏ ਕਿ ਵਾਈ ਸਕਾਈ ਅਪੀਅਰਸ ਟੂ ਬੀ ਬਲੂ, ਕਿ ਸਾਨੂੰ ਸਕਾਈ ਜਿਹੜੀ ਅਸਮਾਨ ਆ ਉਹਦਾ ਰੰਗ ਇੱਦਾਂ ਦਾ ਕਿਉਂ ਪ੍ਰਤੀਤ ਹੁੰਦਾ। ਸੋ ਸਾਡੇ ਕੋਲੋਂ ਇਹਦੇ ਵਿੱਚ ਬਹੁਤ ਕੁਝ ਸਿੱਖਣ ਲਈ ਆ। ਅਜੇ ਰਿਫਲੈਕਸ਼ਨ ਥੋੜ੍ਹਾ ਜਿਹਾ ਰੁੱਖਾ ਮਿੱਸਾ ਜਿਹਾ ਟੌਪਿਕ ਸੀ, ਪਰ ਰਿਫਰੈਕਸ਼ਨ ਦੇ ਵਿੱਚ ਸਾਡੇ ਕੋਲੋਂ ਡੇਲੀ ਲਾਈਫ ਦੇ ਨਾਲ ਬਹੁਤ ਹੀ ਜ਼ਿਆਦਾ ਜੁੜੇ ਹੋਏ ਫਿਨੋਮੇਨਾ ਵਾ, ਜਿਨ੍ਹਾਂ ਦਾ ਆਨਸਰ ਅਸੀਂ ਰਿਫਰੈਕਸ਼ਨ ਦੇ ਵਿੱਚੋਂ ਹੀ ਲੱਭ ਪਾਉਂਦੇ ਹਾਂ। ਸੋ ਜੇਕਰ ਤੁਸੀਂ ਚਾਹੁੰਦੇ ਜੋ ਕਿ ਸਾਨੂੰ ਇਹ ਸਾਰੀ ਚੀਜ਼ ਦਾ ਹੀ ਪਤਾ ਲੱਗੇ, ਤੇ ਤੁਸੀਂ ਇਹ ਜੋ ਪੜ੍ਹਾਇਆ ਜਾ ਰਿਹਾ ਉਹਨੂੰ ਚੰਗੇ ਤਰੀਕੇ ਨਾਲ ਪੜ੍ਹੋ ਕਿ ਕਿਹੜਾ ਫੋਕਲ ਲੈਂਥ ਕਿਸ ਤਰ੍ਹਾਂ ਦੀ ਆ, ਕਿਹੜੀ ਇਨਸੀਡੈਂਟ ਰੇ ਰਿਫਰੈਕਟ ਹੋ ਕੇ ਕਿਸ ਤਰ੍ਹਾਂ ਦਾ ਬਿਹੇਵ ਕਰਦੀ ਆ। ਸੋ ਕੱਲ੍ਹ ਅਸੀਂ ਇਮੇਜ ਫਾਰਮੇਸ਼ਨ ਦੀ ਗੱਲ ਕਰਾਂਗੇ, ਕਨਵੈਕਸ ਅਤੇ ਕਨਕੇਵ ਲੈਂਸ ਕਿਵੇਂ ਇਮੇਜ ਫਾਰਮ ਕਰਦੇ ਆ। ਮੈਂ ਆਸ ਕਰਦਾ ਕਿ ਤੁਸੀਂ ਇੱਥੋਂ ਤੱਕ ਚੰਗੇ ਤਰੀਕੇ ਨਾਲ ਪੜ੍ਹ ਲਓਗੇ, ਸਮਝ ਲਓਗੇ, ਤਾਂ ਜੋ ਕੱਲ੍ਹ ਦੀ ਕਲਾਸ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਕੱਲ੍ਹ ਦੀ ਕਲਾਸ, ਨੈਕਸਟ ਕਲਾਸ ਤੁਹਾਨੂੰ ਤਾਂ ਹੀ ਸਮਝ ਲੱਗੇਗੀ ਜੇਕਰ ਤੁਸੀਂ ਇਸ ਨੂੰ ਚੰਗੇ ਤਰੀਕੇ ਨਾਲ ਕਵਰ ਕਰ ਆਓਗੇ, ਸਮਝ ਲਓਗੇ। ਸੋ ਧੰਨਵਾਦ, ਥੈਂਕ ਯੂ।